ਜੇ ਤੁਸੀਂ ਸੱਚੀ ਮੁੱਚੀ ਇਹਨਾਂ ਦੀਆਂ ਕੋਠੀਆਂ ਦੇ ਵੀ ਸਨੈਪਸ ਜਿੱਥੇ ਰਹਿੰਦੇ ਸੀ ਪੁਰਾਣੀ ਕੋਠੀ ਤੇ ਜਿਹੜੀ ਨਵੀਂ ਬਣੀ ਜੀ ਇਹਨਾਂ ਦਾ ਉਹ ਮਹਿਲ ਤਾਂ ਦੇਖਿਆ ਮੈਂ ਜਿਹੜਾ ਹੁਸ਼ਿਆਰਪੁਰ 'ਚ ਬਣ ਰਿਹਾ ਉਹ ਨਾ ਦਿਖਾਓ ਨਾ, ਉਹ ਜੇ ਨਾ ਦਿਖਾਓ ਤਾਂ ਵਾਰਤਾ ਅਧੂਰੀ ਰਹਿਣੀ ਆ। ਲੋਕੀ ਅੰਦਾਜ਼ਾ ਲਾ ਲੈਣਗੇ ਕਿ 50 ਕਰੋੜ ਤੋਂ ਘੱਟ ਕੋਠੀ ਹੈ ਨਹੀਂ ਆ। ਕਿਉਂ ਕਹਿੰਦੇ ਅਸੀਂ ਤਾਂ ਸਰਕਾਰ ਦਾ ਖਜ਼ਾਨਾ ਭਰ ਰਹੇ ਆ। 105 ਕਰੋੜ ਨੂੰ ਵੇਚਣ ਨੂੰ ਲਾਈ ਵਿਕੀ ਨਹੀਂ, ਮੁੜ ਕੇ 5 ਕਰੋੜ ਘਟਾਤਾ ਫਿਰ ਨਹੀਂ ਵਿਕੀ, 5 ਕਰੋੜ ਮੈਂ ਜਵਾਬ ਦਾ ਮਸਾਂ ਵੇਚੀ ਵਿਚਾਰਿਆਂ ਨੇ, ਸਰਕਾਰ ਦਾ ਖਜ਼ਾਨਾ ਭਰਿਆ ਤੇ ਤੁਸੀਂ ਉਹ ਵੀ ਨਹੀਂ ਜਰ ਰਹੇ। ਜਿਹੜਾ ਕੋਈ ਚੋਰ ਹੁੰਦਾ ਕਹਿੰਦਾ ਮੈਂ ਚੋਰੀ ਕੀਤੀ ਹੈ ਜੀ, ਉਹ ਤਾਂ ਕਹੂੰਗਾ ਮੈਂ ਸਾਫ਼ ਸੁਥਰਾ ਆ। ਔਰ ਉਹਦੀ ਕੋਸ਼ਿਸ਼ ਵੀ ਹੋਊਗੀ ਸਾਰੇ ਸਬੂਤ ਮਟਾਵੇ। ਚੋਰੀ ਸਾਬਤ ਕਰਨੀ ਮੁਸ਼ਕਿਲ ਹੋ ਰਹੀ ਹੈ ਨਾ। ਮੈਂ ਕਰਦਾ ਅਰੋੜਾ ਸਾਹਿਬ ਦੀ ਚੋਰੀ ਸਾਬਤ ਕਰਨੀ ਮੁਸ਼ਕਿਲ। ਮੈਂ ਕਿਹਾ ਜੀ ਮੈਂ ਕਰਦਾ, ਜਾਂ ਫਿਰ ਚੋਰੀ ਕੀਤੀ ਨਹੀਂ ਉਹਨਾਂ ਨੇ। ਹੁਸ਼ਿਆਰਪੁਰ ਦੀ ਲੜਾਈ ਜ਼ਿਆਦਾ ਮੈਨੂੰ ਸੌਂਕਣਾ ਦੀ ਲੜਾਈ ਜ਼ਿਆਦਾ ਲੱਗੀ ਹੈ। ਲੜਾਈ ਫੈਕਟ ਤੇ ਆਈਏ, ਲੜਾਈ ਕਰਪਸ਼ਨ, ਫੈਕਟ ਤੇ ਆਈਏ। ਇਹ ਕਰਪਸ਼ਨ ਦੇ ਆਪਾਂ ਹੁਣ ਫੈਕਟ ਤੇ ਆਈਏ। ਮੈਂ ਲੰਮਾ ਸਮਾਂ ਵੀ ਨਾ ਇਹ ਕਰਪਸ਼ਨ ਦੇ ਅਗੇਂਸਟ ਲੜਾਈ ਆ, ਮੰਤਰੀ ਦੇ ਅਗੇਂਸਟ ਨਹੀਂ ਆ, ਸਰਕਾਰ ਦੇ ਅਗੇਂਸਟ ਨਹੀਂ, ਕਰਪਸ਼ਨ ਦੇ ਅਗੇਂਸਟ ਲੜਾਈ। ਆਰਟੀਆ ਵੀ ਨਹੀਂ ਲੈਣ ਦਿੰਦੇ ਮੰਤਰੀ, ਤੇ ਆਰਟੀਆ ਦੇ ਕੋਈ ਜਵਾਬ ਨਹੀਂ ਦੇਣਾ। ਉੱਥੇ ਇੱਕ ਕੈਕਸ ਬਣਿਆ ਪਿਆ ਹੈ, ਵੱਡੇ ਵੱਡੇ ਇਹਨਾਂ ਦੇ ਅਫਸਰ ਖਾਸ ਆ, ਇਹਨਾਂ ਦੇ ਜਿਹੜੇ ਬਹੁਤ ਚਹੇਤੇ ਆ, ਉਹ ਸਾਰਾ ਕੁਝ ਸਫਾਈ ਦੇ ਨਾਲ ਕਾਗਜ਼ੀ ਪੱਤਰੀ ਕਰ ਦਿੰਦੇ ਆ ਤੇ ਮੰਤਰੀ ਜੀ ਨੂੰ 2 ਲਾਈਨਾਂ ਲਿਖ ਕੇ ਦਿੰਦੇ ਆ ਵੀ ਆਰਸੀਐਲ ਕਰ ਰਿਹਾ, ਜੋ ਆਰਸੀਐਲ ਕਰ ਰਿਹਾ, ਜੋ ਮਰਜ਼ੀ ਖੂਹ 'ਚ ਪਾ ਦੇਵੇ ਸਰਕਾਰ ਨੂੰ ਆਰਸੀਐਲ। ਇੱਕ ਤੀਰ ਨਾਲ 2 ਨਿਸ਼ਾਨੇ। ਉਧਰੋਂ ਫਿਲਿਪਸ ਨੂੰ ਖੁਸ਼ ਕਰ ਲਿਆ, ਮਜ਼ਦੂਰਾਂ ਤੋਂ ਪਿੱਛਾ ਛੁਡਾਤਾ, ਉਧਰੋਂ ਕਪਲੇਬਾਜੀ ਟੌਪ ਦੀ ਹੋ ਗਈ 3 ਬੰਦਿਆਂ ਦੀ ਰਲ ਕੇ। ਮੈਂ ਜੇ ਗਲਤ ਨਾ ਹੋਵਾਂ ਤਾਂ ਉੱਥੇ ਮੇਰੇ ਕੋਲ 5 ਕਰੋੜ ਦਾ ਤਾਂ 2 ਕਨਾਲ ਦਾ ਪਲਾਟ ਮਸਾ ਹੈ ਤੇ ਇੱਥੇ 4 ਕਰੋੜ ਨੂੰ ਕਿੱਲਾ ਦੇਤਾ। ਮੁੱਖ ਮੰਤਰੀ ਤਾਂ ਇਸ ਨਾਜ਼ੁਕ ਸਮੇਂ ਰਿਸਕ ਲੈਣਗੇ ਨਹੀਂ ਸੀਬੀਆਈ ਨੂੰ ਵੜਨ ਦਾ। ਉਹਨਾਂ ਨੇ ਸੀਬੀਆਈ ਆਪ ਹੀ ਰੋਕੀ ਹੋਈ ਹੈ ਪਹਿਲਾਂ ਹੀ ਬਾਈਬਲ ਕਲਾਂ ਕਰਕੇ ਪੰਜਾਬ 'ਚ ਵੜਨੋਂ, ਤਾਂ ਉਹ ਤਾਂ ਇਸ ਵਕਤ ਰਿਸਕ ਲੈਣਗੇ ਨਹੀਂ। ਅਦਾਲਤ ਦਾ ਰਸਤਾ ਇੱਕ ਬਚਦਾ ਹੈ ਤੁਹਾਡੇ ਕੋਲ। ਸਕਾਈ ਨਿਊਜ਼ ਪੰਜਾਬ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਤੁਹਾਡਾ ਹੋਸਟ ਨੀਲ ਭਲਿੰਦਰ ਸਿੰਘ। ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦਾ ਕਾਰਜਕਾਲ ਲਗਭਗ ਪੂਰਾ ਹੋ ਚੁੱਕਾ ਹੈ। 2-4 ਮਹੀਨੇ ਨੂੰ ਜਿਹੜਾ ਹੈਗਾ ਚੋਣ ਜਾਬਤਾ ਲੱਗ ਜਾਏਗਾ ਤੇ ਜਨਵਰੀ ਫਰਵਰੀ 'ਚ ਵੋਟਾਂ ਤੈਅ ਮੰਨੀਆਂ ਜਾ ਰਹੀਆਂ ਨੇ। ਪਰ ਇਸ ਤੋਂ ਪਹਿਲਾਂ ਸਰਕਾਰ ਦੇ ਕੀਤੇ ਕੰਮਾਂ ਦੀ ਜਿੱਥੇ ਸ਼ਲਾਘਾ ਹੁੰਦੀ ਹੈ, ਉੱਥੇ ਇਸ ਦੌਰਾਨ ਹੋਏ ਉਹ ਕੰਮ ਜਿਹੜੇ ਸਰਕਾਰ ਦੇ ਲਈ ਮਿਹਣਾ ਹੋ ਸਕਦੇ ਨੇ, ਜਾਂ ਜਿਹੜੇ ਇਹ ਕਹਿ ਸਕਦੇ ਆ ਕਿ ਉਸ ਦੌਰਾਨ ਘਪਲੇਬਾਜ਼ੀਆਂ ਹੋਈਆਂ ਨੇ, ਮੋٹے ਨੋਟ ਬਟੋਰੇ ਗਏ ਨੇ, ਉਹਨਾਂ ਦੀ ਜਦੋਂ ਚਰਚਾ ਛਿੜਦੀ ਹੈ ਤਾਂ ਸਰਕਾਰ ਲਈ ਵੀ ਫਿਕਰਮੰਦੀ ਹੁੰਦੀ ਹੈ ਤੇ ਉਸ ਦੇ ਨਾਲ ਵੀ ਜਨਤਾ ਲਈ ਵੀ ਫਿਕਰਮੰਦ ਜ਼ਿਆਦਾ ਹੁੰਦਾ ਹੈ ਇਹ ਨੁਕਤਾ, ਕਿਉਂਕਿ ਜਨਤਾ ਨੇ ਸਰਕਾਰ ਬੜੇ ਭਰੋਸੇ ਨਾਲ ਚੁਣੀ ਹੁੰਦੀ ਹੈ ਤੇ ਉਮੀਦ ਕੀਤੀ ਹੁੰਦੀ ਹੈ ਕਿ ਜੇਕਰ ਸਰਕਾਰ, ਜਿਵੇਂ ਕਿ ਖਜ਼ਾਨਾ ਖਾਲੀ ਕਿਹਾ ਜਾਂਦਾ ਪੰਜਾਬ ਦਾ, ਜੇਕਰ ਵਿਕਾਸ ਨਹੀਂ ਹੋਇਆ, ਪਰ ਜੇਕਰ ਵਿਕਾਸ ਸੂਬੇ ਦਾ ਨਹੀਂ ਹੋਇਆ ਪਰ ਕੁਝ ਘਰਾਂ ਦਾ ਵਿਕਾਸ ਕਿਵੇਂ ਹੋ ਗਿਆ, ਉਹ ਜਿਹੜਾ ਜ਼ਿਆਦਾ ਰੜਕਦਾ ਹੈ ਲੋਕਾਂ ਨੂੰ ਕਿ ਇਹ ਕਿਹੋ ਜਿਹੀ ਜਿਹੜੀ ਹੈਗੀ ਹੈ ਕਾਣੀ ਵੰਡ ਹੋ ਗਈ ਹੈ। ਮੈਂ ਸਿੱਧੇ ਸ਼ਬਦਾਂ ਤੇ ਆਉਣਾ ਕਿ ਇਸ ਵਕਤ ਇੱਕ ਵੱਡਾ ਜਿਹੜਾ ਘਪਲਾ ਕਹਿ ਲਓ ਜਾਂ ਫਿਰ ਸੋ ਕਾਲਡ ਸਕੈਂਡਲ ਕਹਿ ਲਓ, ਜਿਹੜਾ ਹਲੇ ਕਾਗਜ਼ਾਂ 'ਚ ਹੈ ਪਰ ਹੌਲੀ ਹੌਲੀ ਇਹ ਅਦਾਲਤੀ ਪ੍ਰਕਿਰਿਆ ਦਾ ਹਿੱਸਾ ਵੀ ਬਣਨ ਜਾ ਰਿਹਾ ਹੈ, ਉਹ ਸਾਹਮਣੇ ਆਇਆ ਹੈ। ਉਹ ਹੈ ਪੰਜਾਬ ਦੇ ਸਨਅਤ ਵਿਭਾਗ ਦੇ ਤਹਿਤ ਕੁਝ ਇਕਾਈਆਂ ਜਿਹੜੀਆਂ ਆਉਂਦੀਆਂ ਨੇ, ਵੱਡੀਆਂ ਇਕਾਈਆਂ, ਜਿਸ ਤਰ੍ਹਾਂ ਕਿ JCT ਆਪਾਂ ਸਾਰੇ ਜਾਣਦੇ ਆ। JCT ਮਿੱਲ ਮੋਹਾਲੀ ਦੇ ਵਿੱਚ ਉਹਨਾਂ ਦਾ ਮੁੱਖ ਜਿਹੜਾ ਹੈਗਾ ਹੈੱਡਕੁਆਟਰ ਸੀ ਤੇ ਇੱਧਰ ਹੁਸ਼ਿਆਰਪੁਰ ਵੱਲ ਜਿਹੜਾ ਉਹਨਾਂ ਦਾ ਜਿਹੜੀ ਐਕਸਪੈਂਸ਼ਨ ਸੀਗੀਆਂ। ਇਸ ਤਰ੍ਹਾਂ ਹੀ ਫਿਲਿਪਸ ਕੰਪਨੀ ਨੂੰ ਆਪਾਂ ਸਾਰੇ ਜਾਣਦੇ ਆ, ਫਿਲਿਪਸ ਤੇ ਬੱਲਬ ਨੂੰ ਆਪਾਂ ਸਾਰੇ ਜਾਣਦੇ ਆ। ਇਹਨਾਂ ਦੀ ਬਹੁਤ ਵੱਡੀ ਇੱਕ ਇਕਾਈ ਜਿਹੜੀ ਹੈ, ਯੂਨਿਟ ਜਿਹੜਾ ਬਹੁਤ ਵੱਡਾ 27 ਏਕੜ ਦਾ, ਉਹ ਮੋਹਾਲੀ ਦੇ ਵਿੱਚ ਸੀ ਤੇ ਉਸ ਦੇ ਵਿੱਚ ਪਲਾਟਿੰਗ ਹੋਈ ਹੈ। ਇਸੇ ਤਰ੍ਹਾਂ JCT ਦੇ ਵਿੱਚ ਵੀ ਪਲਾਟਿੰਗ ਹੋਈ ਹੈ, ਛੋਟੇ ਛੋਟੇ ਪਲਾਟ ਹੋਏ ਨੇ। ਅੱਗੇ ਕਹਿੰਦੇ ਸੀ ਕਿ ਕੋਲੋਨਾਈਜ਼ਰਾਂ, ਪਲਾਟ ਕੱਟਣ ਵਾਲਿਆਂ ਦੇ ਸਿਰ ਦੇ ਉੱਤੇ ਲੋਕ MLA ਬਣਦੇ ਨੇ, ਉਹਨਾਂ ਤੋਂ ਚੋਣ ਫੰਡ ਲੈ ਕੇ ਚੋਣਾਂ ਲੜੀਆਂ ਜਾਂਦੀਆਂ ਨੇ, ਜਿੱਤਦੇ ਨੇ। ਪਰ ਇਹ ਪੁੱਠਾ ਜ਼ਮਾਨਾ ਆ ਗਿਆ ਹੈ ਕਿ ਹੁਣ ਕਿਹਾ ਜਾਂਦਾ ਹੈ ਮੰਤਰੀਆਂ ਦੇ ਦਾਮਨ ਤੇ ਹੀ ਅਜਿਹੇ ਛਿੱਟੇ ਜਿਹੜੇ ਡਿੱਗਣ ਲੱਗ ਪਏ ਨੇ ਕਿ ਮੰਤਰੀ ਹੀ ਕਲੋਨੀਆਂ ਕੱਟ ਰਹੇ ਨੇ। ਭਾਵੇਂ ਕਿ ਚੀਜ਼ਾਂ ਨੇ ਸਾਬਤ ਹੋਣਾ, ਅਦਾਲਤ 'ਚ ਜਾ ਕੇ ਸਾਬਤ ਹੋਣਾ ਜਾਂ ਵੱਖ-ਵੱਖ ਜਿਹੜਾ ਹੈਗਾ ਮੁਕਾਮਾਂ ਦੇ ਉੱਤੇ ਸਾਬਤ ਹੋਣਾ, ਪਰ ਇਹ ਦੋਸ਼ ਲੱਗਣਾ ਵੀ ਆਪਣੇ ਆਪ 'ਚ ਬਹੁਤ ਮਾੜੀ ਗੱਲ ਆਪਾਂ ਮੰਨ ਸਕਦੇ ਹਾਂ। ਤੇ ਸਿੱਧਾ ਦੋਸ਼ ਲੱਗਿਆ ਇਸ ਵਕਤ ਦੇ ਪੰਜਾਬ ਦੇ ਸਨਅਤੀ ਮੰਤਰੀ ਸ਼ਾਮ ਸੁੰਦਰ ਅਰੋੜਾ ਦੇ ਉੱਤੇ, ਤੇ ਉਹਨਾਂ ਦੇ ਉੱਤੇ ਦੋਸ਼ ਲਾਉਣ ਵਾਲੇ ਨੇ ਪੰਜਾਬ ਦੇ ਸਾਬਕਾ ਵਜ਼ੀਰ, ਭਾਰਤੀ ਜਨਤਾ ਪਾਰਟੀ ਦੇ ਨਾਮਵਰ ਸਿਆਸਤਦਾਨ ਤੀਕਸ਼ਣ ਸੂਦ। ਤੀਕਸ਼ਣ ਸੂਦ ਇਸ ਵਕਤ ਸਾਡੇ ਨਾਲ ਬਣੇ ਹੋਏ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਜੀ ਸ਼ਾਮ ਸੁੰਦਰ ਅਰੋੜਾ ਦੇ ਉੱਤੇ ਤੁਸੀਂ 2 ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਾਇਆ ਕਿ ਉਹਨਾਂ ਨੇ JCT ਮਿੱਲ 'ਚੋਂ ਜਿਹੜਾ ਹੈਗਾ ਕਰੋੜਾਂ ਰੁਪਏ ਹੜੱਪ ਲਏ ਨੇ, ਸਿੱਧੇ ਤੌਰ ਤੇ ਤੁਸੀਂ ਕਿਹਾ। ਤੇ ਇਸੇ ਤਰ੍ਹਾਂ ਜਿਹੜਾ ਫਿਲਿਪਸ ਕੰਪਨੀ ਹੈ, ਉਹਦੀ ਜਿਹੜੀ ਜ਼ਮੀਨ ਮੋਹਾਲੀ ਸੀ, ਉਸ ਵੀ ਜਿਹੜਾ ਵੱਡਾ ਘਪਲਾ ਹੋਇਆ ਹੈ। ਤੇ ਉਹਦਾ ਜਵਾਬ ਵੀ ਕੁਝ ਹੱਦ ਤੱਕ ਜਿਹੜਾ ਇੱਕ ਪ੍ਰੈਸ ਨੋਟ ਦੇ ਜ਼ਰੀਏ ਮੰਤਰੀ ਸਾਹਿਬ ਨੇ ਕੱਲ੍ਹ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਹਿਲਾ ਜਵਾਬ ਤਾਂ ਉਹਨਾਂ ਨੇ ਇਹੀ ਦਿੱਤਾ ਹੈ ਕਿ ਜਿਹੜਾ ਦੋਸ਼ ਲਾ ਰਹੇ ਹੋ ਤੁਸੀਂ ਕਿ ਅਸੀਂ ਤਾਂ ਮਸਾਂ ਸਰਕਾਰ ਦਾ ਖਜ਼ਾਨਾ ਭਰਨ ਵਾਸਤੇ, ਖਾਲੀ ਖਜ਼ਾਨਾ ਭਰਨ ਵਾਸਤੇ JCT ਦੀ ਮੋਹਾਲੀ ਦੇ 8 ਫੇਸ ਇੰਡਸਟਰੀ ਏਰੀਆ ਵਾਲੀ ਜਿਹੜੀ ਜ਼ਮੀਨ ਹੈ, ਉਹ ਮਸਾਂ 105 ਕਰੋੜ ਕਹਿੰਦੇ 90 ਕਰੋੜ 'ਚ ਵੇਚੀ ਹੈ, ਤੇ ਤੁਸੀਂ ਉਲਟਾ ਕਹਿ ਰਹੇ ਹੋ ਕਿ ਅਸੀਂ ਆਪਣੀ ਜੇਬਾਂ ਭਰ ਲੀਆਂ। ਨੀਲ ਜੀ, ਤੁਸੀਂ ਬਹੁਤ ਵਧੀਆ ਟੌਪਿਕ 'ਤੇ ਅੱਜ ਇਹ ਵਾਰਤਾ ਸ਼ੁਰੂ ਕੀਤੀ ਆ ਜੀ।
ਔਰ ਮੈਂ ਚਾਹੁੰਦਾ ਸੀ ਕੋਈ ਵਧੀਆ ਚੈਨਲ ਇਸ ਨੂੰ ਚੱਕਦਾ ਔਰ ਲੱਖਾਂ ਦਰਸ਼ਕਾਂ ਤੱਕ ਪਹੁੰਚਾਉਂਦਾ। ਜੋ ਤੁਸੀਂ ਭੂਮਿਕਾ ਬੰਨੀ ਹੈ ਮੈਂ ਉਹ ਤੋਂ ਬਿਲਕੁਲ ਸਹਿਮਤ ਹਾਂ। ਇਹ ਲੋਕ ਪਹਿਲਾਂ ਪੋਲੀਟੀਸ਼ੀਅਨਾਂ ਦਾ ਇੱਕ ਫੋਨ ਕਰਵਾਉਂਦੇ ਹੁੰਦੇ ਸੀ, ਤਹਿਸੀਲਦਾਰ ਨੂੰ ਮਿਹਨਤ ਪਵਾਉਣੀ ਕਿ ਰਜਿਸਟਰੀ ਕਰ ਦਿਓ। ਹਾਂਜੀ। ਇਹਨਾਂ ਨੇ ਇਹ ਦੇਖਿਆ ਕਿ 10-20 ਹਜ਼ਾਰ ਰੁਪਈਆ ਅਸੀਂ ਡੋਨੇਸ਼ਨ ਦਿੰਦੇ ਹਾਂ ਅਤੇ ਮੰਤਰੀ MLA ਬਣ ਜਾਂਦੇ ਆ, ਕਿਉਂ ਨਾ ਆਪ ਹੀ ਕਿਸਮਤ ਅਜਮਾਈਏ। ਜੀ। ਕਾਂਗਰਸ ਦੇ ਵਿੱਚੋਂ ਪਹਿਲਾਂ ਵਿਦਰੋਹ ਕਰਕੇ ਇਹ ਰਾਈਵਲ ਖੜੇ ਹੋਏ ਅਰੋੜਾ ਜੀ, ਫਿਰ MLA ਬਣ ਗਏ। ਫਿਰ ਲੋਕਾਂ ਨੂੰ ਕਹਿੰਦੇ ਰਹੇ ਮੈਂ MLA ਆ, ਮੈਂ ਕੁਝ ਕਰ ਨਹੀਂ ਸਕਦਾ। ਹੁਣ ਐਤਕੀ ਮੰਤਰੀ ਬਣ ਗਏ ਸੁੱਖ ਨਾਲ, ਔਰ ਉਹ ਵੀ ਇੰਡਸਟਰੀ ਮਿਨਿਸਟਰ। ਤੁਸੀਂ ਜਿੱਦਾਂ ਇਹ ਕਿਹਾ ਨਾ ਵੀ ਡਿਵੈਲਪਮੈਂਟ ਆਪਣੀ ਹੁੰਦੀ ਹੈ, ਮੈਂ ਸਮਝਦਾ ਵੀ ਇਹ ਵਾਰਤਾ ਸਾਡੀ ਦਰਸ਼ਕਾਂ ਤੱਕ ਜਾਣ ਲਈ ਅਧੂਰੀ ਰਹੂਗੀ ਜੇ ਤੁਸੀਂ ਸੱਚੀ ਮੁੱਚੀ ਇਹਨਾਂ ਦੀਆਂ ਕੋਠੀਆਂ ਦੇ ਵੀ ਸਨੈਪਸ, ਜਿੱਥੇ ਰਹਿੰਦੇ ਸੀ ਪੁਰਾਣੀ ਕੋਠੀ ਤੇ ਜਿਹੜੀ ਨਵੀਂ ਬਣੀ ਜੀ, ਇਹਨਾਂ ਦਾ ਉਹ ਮਹਿਲ ਤਾਂ ਦੇਖਿਆ ਮੈਂ ਜਿਹੜਾ ਹੁਸ਼ਿਆਰਪੁਰ 'ਚ ਬਣਦੇ ਆ, ਉਹ ਨਾ ਦਿਖਾਓ ਨਾ ਕਚਹਿਰੀਆਂ ਦੇ ਕੋਲ। ਉਹ ਜੇ ਨਾ ਦਿਖਾਓ ਤਾਂ ਵਾਰਤਾ ਅਧੂਰੀ ਰਹਿਣੀ ਆ। ਲੋਕੀ ਅੰਦਾਜ਼ਾ ਲਾ ਲੈਣਗੇ ਕਿ 50 ਕਰੋੜ ਤੋਂ ਘੱਟ ਕੋਠੀ ਹੈ ਨਹੀਂ ਆ। ਤੇ ਕਿੰਨੀਆਂ ਕਲੋਨੀਆਂ ਹੁਸ਼ਿਆਰਪੁਰ 'ਚ ਜਿਹੜੀ ਤੇ ਦੇਖ ਲਓ ਅਰੋੜਾ, ਪਰ ਆਪਣਾ ਨਾਮ ਬਹੁਤ ਘੱਟ ਆਉਂਦਾ। ਕੋਈ ਡਰਾਈਵਰ, ਕੋਈ PN, ਕੋਈ ਇੱਦਾਂ ਹੀ ਹੁੰਦੇ ਆ। ਔਰ ਸਰਕਾਰੀ ਫੰਡ ਉੱਥੇ ਯੂਜ਼ ਹੁੰਦੇ ਆ, ਮਾਈਨਿੰਗ ਲਗਾਤਾਰ ਉੱਥੇ ਵਰਤ ਹੁੰਦੀ ਆ। ਅੰਮ੍ਰਿਤ ਯੋਜਨਾ ਜਿਹੜੀ ਕੇਂਦਰ ਦੀ ਯੋਜਨਾ, ਸ਼ਹਿਰ ਦੇ ਪੈਰੀਫਰੀ ਤੇ ਕਲੋਨੀਆਂ ਕੱਟ ਕੇ ਉਹ ਉਸ ਨੂੰ ਉਹਦਾ ਫਾਇਦਾ ਉਠਾ ਕੇ ਦੁੱਗਣੇ ਰੇਟ ਕੀਤੇ। ਚਲੋ ਇਹ ਇਸ਼ੂ ਲੱਗਾ ਪਈ। ਤੁਸੀਂ ਬਿਲਕੁਲ ਸਹੀ ਅਸੈਸ ਕੀਤਾ ਕਿ ਕਿਸ ਤਰ੍ਹਾਂ ਦੇ ਲੋਕ ਰਾਜਨੀਤੀ 'ਚ ਆ ਰਹੇ ਆ ਔਰ ਕਿਸ ਤਰ੍ਹਾਂ ਰਾਜਨੀਤੀ ਨੂੰ ਗੰਦਾ ਕਰ ਰਹੇ ਆ, ਕਿਸ ਤਰ੍ਹਾਂ ਰਾਜਨੀਤੀ ਤੋਂ ਫਾਇਦਾ ਉਠਾ ਰਹੇ ਆ। ਇਹ ਜਿਹੜੀ ਅੱਗੇ ਪੋਲਿਟਿਕਸ ਨੂੰ ਕਹਿੰਦੇ ਸੀ ਨਾ ਇੱਕ ਸੇਵਾ ਦਾ ਜ਼ਰੀਆ, ਮਿਸ਼ਨ ਹੈਗਾ, ਲੋਕਾਂ ਦੀ ਸੇਵਾ ਦਾ ਜ਼ਰੀਆ, ਉਹ ਨਹੀਂ ਰਿਹਾ। ਹੁਣ ਕਮਾਈ ਦਾ ਜ਼ਰੀਆ ਬਿਲਕੁਲ ਸਾਬਤ ਹੁੰਦਾ ਇਹ ਸਾਡੇ ਮੰਤਰੀ ਸਾਹਿਬ ਦੇ, ਕਿਉਂਕਿ ਇਹ ਬਿਜ਼ਨਸਮੈਨ ਆ, ਇਹ ਕੋਈ ਲੋਕ ਸੇਵਕ ਨਹੀਂ। ਪਰ ਜੋ ਉਹਨਾਂ ਨੇ ਜਵਾਬ ਤੁਹਾਡੇ ਦੋਸਤ ਦਾ ਦਿੱਤਾ, ਉਹ ਕਹਿੰਦੇ ਅਸੀਂ ਤਾਂ ਸਰਕਾਰ ਦਾ ਖਜ਼ਾਨਾ ਭਰ ਰਹੇ ਆ, 105 ਕਰੋੜ ਨੂੰ ਵੇਚਣ ਨੂੰ ਲਾਈ ਵਿਕੀ ਨਹੀਂ, ਮੁੜ ਕੇ 5 ਕਰੋੜ ਘਟਾਤਾ, ਫਿਰ ਨਹੀਂ ਵਿਕੀ, 5 ਕਰੋੜ ਮੈਂ ਜਵਾਬ ਦਾ ਮਸਾਂ ਵੇਚੀ ਵਿਚਾਰਿਆਂ ਨੇ, ਸਰਕਾਰ ਦਾ ਖਜ਼ਾਨਾ ਭਰਿਆ ਤੇ ਤੁਸੀਂ ਉਹ ਵੀ ਨਹੀਂ ਕਰ ਰਹੇ। ਜਿਹੜਾ ਕੋਈ ਚੋਰ ਹੁੰਦਾ ਕਹਿੰਦਾ ਮੈਂ ਚੋਰੀ ਕੀਤੀ ਹੈ ਜੀ, ਉਹ ਤਾਂ ਕਹੂੰਗਾ ਮੈਂ ਸਾਫ਼ ਸੁਥਰਾ ਆ। ਔਰ ਉਹਦੀ ਕੋਸ਼ਿਸ਼ ਵੀ ਹੋਊਗੀ ਸਾਰੇ ਸਬੂਤ ਮਟਾਵੇ। ਚੋਰੀ ਸਾਬਤ ਕਰਨੀ ਮੁਸ਼ਕਿਲ ਹੋ ਰਹੀ ਹੈ ਨਾ। ਮੈਂ ਕਰਦਾ ਅਰੋੜਾ ਸਾਹਿਬ ਦੀ ਚੋਰੀ ਸਾਬਤ ਕਰਨੀ ਮੁਸ਼ਕਿਲ ਹੋ ਰਹੀ ਹੈ। ਮੈਂ ਕਿਹਾ ਜੀ ਮੈਂ ਕਰਦਾ, ਜਾਂ ਫਿਰ ਚੋਰੀ ਕੀਤੀ ਨਹੀਂ ਉਹਨਾਂ ਨੇ। ਉਹ ਤਾਂ ਦੇਖੋ ਚੋਰ ਆਪਣੇ ਸਬੂਤ ਵੀ ਮਿਟਾਉਣ ਦੀ ਕੋਸ਼ਿਸ਼ ਕਰਦਾ ਜੀ। ਜਾਂ ਪਤਾ ਕੀ ਕਰਦੇ ਆ, ਚੋਰੀ ਕਰਨੇ ਦੇ ਬਾਅਦ ਸਧਾਰਨ ਚੋਰ ਦੀ ਗੱਲ ਕਰਦਾ, ਉਹ ਜਿਹੜਾ ਬਕਸਾ ਹੁੰਦਾ ਨਾ CCTV ਦਾ, ਉਹ ਵੀ ਲਾਲ ਜਾਂਦੇ ਆ, ਦੁੱਧ ਪੀ ਕੇ ਮੁੱਛਾਂ ਸਾਫ਼ ਕਰ ਲੈਂਦੇ ਆ। ਸੋ ਉਹਨਾਂ ਨੇ ਤਾਂ ਨਾਲ ਜਨਤਾ ਨੂੰ ਗੁੰਮਰਾਹ ਕਰਨ ਲਈ ਐਵੇਂ ਸਧਾਰਨ ਜੀ ਸਿੰਪਲ ਸਟੋਰੀ ਰੱਖੀ। ਆਪਾਂ JCT ਦੀ ਸਟੋਰੀ ਪਹਿਲੇ ਕਰ ਲੈਣੇ। JCT ਇਲੈਕਟ੍ਰੋਨਿਕਸ ਦੀ ਬੜੇ ਕਪਲੇ ਆ ਉਹਨਾਂ ਦਾ ਨਹੀਂ, ਜੋ ਉਹ ਕਹਿੰਦੇ ਨੇ, ਆਪਾਂ ਉਹ ਗੱਲ, ਕਿਉਂਕਿ ਉਹਨਾਂ ਨੂੰ ਪੱਖ ਰੱਖਣ ਵਾਸਤੇ ਅਸੀਂ ਸੰਪਰਕ ਕੀਤਾ ਹੈ, ਪਰ ਉਹ ਰੁਝੇਵੇਂ ਨੇ ਸ਼ਾਇਦ ਉਹਨੇ ਪ੍ਰੈਸ ਫੇਸ ਕਰਦੇ ਜੀ। ਚਲੋ ਕਰ ਲੈਣਗੇ ਕੋਈ, ਪਰ ਇਹ ਵੀ ਪ੍ਰੈਸ ਫੇਸ ਕਰਨਾ ਹੀ ਹੁੰਦਾ ਹੈ। ਸਰਕਾਰੀ ਤੌਰ ਤੇ ਪ੍ਰੈਸ ਨੂੰ ਜਾਰੀ ਕੀਤਾ ਹੈ। ਉਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਕਿ ਜਿਹੜੀ ਪਲਾਟ ਨੰਬਰ 32 ਹੈ, ਫੇਜ਼ 8 ਹੈ, ਇੰਡਸਟਰੀ ਏਰੀਆ ਮੋਹਾਲੀ ਦਾ, ਐਸੈਟਸ ਰੀਕਨਸਟਰਕਸ਼ਨ ਕਾਰਪੋਰੇਸ਼ਨ ਆਫ ਇੰਡੀਆ, ਜਿਹਨੂੰ RCL ਕਹਿੰਦੇ ਨੇ। ਜਦੋਂ ਵੀ ਕੋਈ ਸਿੱਕੇ ਯੂਨਿਟ ਹੁੰਦਾ ਹੈ ਤਾਂ ਇਹ ਜਿਹੜੀ ਹੈਗੀ ਆ ਇੱਕ, ਇਹ ਐਸਾ ਨਹੀਂ ਹੈ ਹਰ ਇੱਕ ਚ ਨਹੀਂ ਏਦਾਂ, ਇਹ ਅਲਾਉ ਕਰਦੀ। ਚਲੋ ਇੱਕ ਉਹਨਾਂ ਨੇ ਇੱਕ ਪ੍ਰੋਸੀਜਰ ਅਡਾਪਟ ਕੀਤਾ ਹੈ ਨਾ। ਮੇਰੀ ਗੱਲ ਸੁਣ ਲਓ, ਮੈਂ ਤੁਹਾਨੂੰ ਸਾਰੀ ਹਾਈ ਕੋਰਟ ਦੇ ਹੁਕਮ ਦਾ ਵੀ ਉਹ ਕਹਿ ਰਹੇ ਨੇ। ਮੈਂ ਤਾਂ ਸਿਰਫ ਅਰੋੜਾ ਸਾਹਿਬ ਦਾ ਪੱਖ ਰੱਖ ਰਿਹਾ ਹਾਂ, ਜੋ ਕਿ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਮੀਡੀਆ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਉਹਨਾਂ ਤੇ ਦੋਸ਼ ਲਾ ਰਹੇ ਹੋ, ਤਾਂ ਚਲੋ ਉਹ ਆਪ ਹਾਜ਼ਰ ਨਹੀਂ, ਲਿਖਤੀ ਤੌਰ ਤੇ ਉਹਨਾਂ ਦਾ ਪੱਖ ਆਇਆ ਹੈ। ਮੈਂ ਆਪਣਾ ਪੱਖ ਵੀ ਰੱਖੂਗਾ, ਉਹਨਾਂ ਦਾ ਜਵਾਬ ਵੀ ਦਊਂਗਾ, ਕਿਉਂਕਿ ਅਸੀਂ ਹੁਣ ਤੁਹਾਡਾ ਸੁਣਨਾ ਚਾਹੁੰਦੇ ਹਾਂ। ਆਮ ਦਰਸ਼ਕਾਂ ਨੂੰ ਉਹਦੇ ਇਕੱਲੇ ਪੱਖ ਨਾਲ ਤਾਂ ਸਮਝ ਹੀ ਨਹੀਂ ਆਣਾ ਕੁਝ ਵੀ। ਤੁਸੀਂ ਵੀ ਹੁਸ਼ਿਆਰਪੁਰ ਤੋਂ, ਤੁਹਾਨੂੰ ਉਹਨਾਂ ਨੇ ਹਰਾਇਆ ਹੈ ਪਹਿਲਾਂ। ਮੈਂ ਇੰਡਸਟਰੀ ਮਿਨਿਸਟਰ ਵੀ ਰਿਹਾ, ਇਸ ਕਰਕੇ ਮੈਨੂੰ ਪਤਾ। ਮੰਤਰੀ ਵੀ ਰਹੇ ਹੋ ਤੁਸੀਂ, ਪਰ ਤੁਸੀਂ ਜਿਹੜੀ ਪਹਿਲਾ ਸ਼ੁਰੂਆਤ ਹੋਈ ਹੈ, ਪਹਿਲੇ ਸਵਾਲ ਦਾ ਜਵਾਬ ਜਾਂ ਦੂਜੇ ਦਾ ਗਿਆ ਹੈ, ਉਹ ਹੁਸ਼ਿਆਰਪੁਰ ਦੀ ਲੜਾਈ ਜ਼ਿਆਦਾ, ਮੈਨੂੰ ਸੌਂਕਣਾ ਦੀ ਲੜਾਈ ਜ਼ਿਆਦਾ ਲੱਗੀ ਹੈ। ਅਸੀਂ ਫੈਕਟ ਤੇ ਆਈਏ, ਲੜਾਈ ਕਰਪਸ਼ਨ, ਫੈਕਟ ਤੇ ਆਈਏ, ਇਹ ਕਰਪਸ਼ਨ ਦੇ ਆਪਾਂ ਹੁਣ ਫੈਕਟ ਤੇ ਆਈਏ। ਮੈਂ ਲੰਮਾ ਸਮਾਂ ਵੀ ਨਾ, ਇਹ ਲੜਾਈ ਕਰਪਸ਼ਨ ਦੇ ਅਗੇਂਸਟ ਨਾ ਬਿਲਕੁਲ ਕਹਿਣਾ ਗਲਤ ਹੋਊਗਾ। ਹੁਸ਼ਿਆਰਪੁਰ ਦੀ ਲੜਾਈ ਆ, ਬਿਲਕੁਲ ਹੁਸ਼ਿਆਰਪੁਰ ਦੀ ਲੜਾਈ ਨਹੀਂ। ਅਸੀਂ ਧਰਮਸੋਤ ਦੀ ਲੜਾਈ ਵੀ ਚੱਕੀ, ਹੁਸ਼ਿਆਰਪੁਰ ਦੀ ਲੜਾਈ ਥੋੜਾ ਸੀ। ਅਸੀਂ ਸੋਢੀ ਦੀ ਲੜਾਈ ਵੀ ਚੁੱਕਦੇ ਹਾਂ ਹੁਸ਼ਿਆਰਪੁਰ ਦੀ। ਇਹ ਕੋਈ ਅੱਜ ਦੀ ਗੱਲ ਆ। ਇਹ ਜਿਹੜੇ ਫੈਕਟਸ ਮੈਂ ਜਿੱਦਣ ਚੱਕੇ ਸੀਗੇ, 7/1 ਨੂੰ ਚੰਡੀਗੜ੍ਹ 'ਚ ਮੈਂ 7 ਜਨਵਰੀ ਨੂੰ ਪ੍ਰੈਸ ਕਾਨਫਰੰਸ ਕੀਤੀ ਸੀ, ਪੂਰੀ ਪ੍ਰੈਸ ਬੁਲਾਈ ਸੀ। ਤੁਸੀਂ ਸ਼ਾਇਦ ਪਤਾ ਨਹੀਂ ਸੀਗੇ, ਯਾਦ ਹੈ ਮੈਨੂੰ ਕਿ ਨਹੀਂ ਸੀਗੇ। 9 ਨੂੰ ਮੈਂ ਰਿਪੀਟ ਹੁਸ਼ਿਆਰਪੁਰ ਕੀਤੀ ਸੀ। ਉਦੋਂ ਇਦਾਂ ਹੀ ਇਹ ਫੈਕਟ ਸਾਰੇ ਦੱਸੇ ਸੀਗੇ, ਜਿਹਦੇ ਨਾਲ ਸਾਫ਼ ਪਤਾ ਲੱਗਦਾ ਸੀ ਵੀ ਬਹੁਤ ਵੱਡਾ ਇੱਕ ਸਕੈਂਡਲ ਹੋਇਆ, ਕਰਪਸ਼ਨ ਹੋਈ ਆ, ਜਿਸ 'ਚ ਸਰਕਾਰ ਨੂੰ ਇਹ 400 ਕਰੋੜ ਰੁਪਏ ਦੇ ਕਰੀਬ ਚਪਤ ਲੱਗੀ ਆ। ਚਪਤ ਯਾਨੀ ਕਿ 90 ਕਰੋੜ ਵੱਟ ਕੇ ਨਹੀਂ ਦਿੱਤਾ, 400 ਕਰੋੜ ਸਰਕਾਰ ਦਾ। 90 ਕਰੋੜ ਦੀ ਵੀ ਗਲਤ ਆ ਗੱਲ। ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਹੈ ਕੀ ਹੈ ਸਾਰਾ। ਇਹ ਤਾਂ ਐਵੇਂ ਹੀ ਪਾਲਿਸ਼ ਜਿਹਾ ਕਰਕੇ 1-2 ਕਾਗਜ਼ ਭੇਜ ਦਿੱਤੇ ਅਫਸਰਾਂ ਤੋਂ ਲਿਖਾ ਕੇ। ਉਹਨਾਂ ਨੂੰ ਤਾਂ ਇਹੀ ਪਤਾ ਕਮਾਣੇ ਕਿੱਦਾਂ ਆ, ਜਵਾਬ ਦੇਣਾ ਨਹੀਂ ਆਉਂਦਾ ਉਹਨਾਂ ਨੂੰ। ਸੋ ਇਹ ਜਿਹੜਾ ਪਹਿਲਾਂ ਫੈਕਟਸ ਪਤਾ ਲੱਗਣਗੇ ਦਰਸ਼ਕਾਂ ਨੂੰ, ਤਾਂ ਹੀ ਸਮਝ ਆਊਗੀ ਨਾ ਗੱਲ। ਆਪਾਂ ਫੈਕਟਸ ਤੇ ਆਈਏ। ਹਾਂ, ਕਿਉਂਕਿ ਫੈਕਟਸ ਬਹੁਤ ਰਿਪੀਟ ਹੋ ਗਏ, ਮੈਂ ਲੰਬੇ ਨਹੀਂ ਕਰਨੇ, ਮੈਂ ਇਹਨੂੰ ਪ੍ਰੀਸਾਈਜ਼ ਕਰ ਦੇਣਾ।
ਕਿਉਂਕਿ ਜੇਸੀਟੀ ਇਲੈਕਟ੍ਰੋਨਿਕਸ ਕੰਪਨੀ ਨੂੰ ਸਰਕਾਰ ਨੇ ਜ਼ਮੀਨ ਦਿੱਤੀ ਸੀਗੀ, ਉਹ ਮੁਫਤ ਦੇ ਭਾਅ ਵਰਗੀਆਂ ਹੀ ਹੁੰਦੀਆਂ। ਚਲੋ ਜਦੋਂ ਪੰਜਾਬ ਅੱਤਵਾਦ ਚੋਂ ਲੰਘ ਰਿਹਾ ਸੀ ਤਾਂ ਉਦੋਂ ਲੋੜ ਸੀ। ਉਹ ਕੰਪਨੀ ਫੇਲ ਹੋ ਗਈ, ਕੰਪਨੀ ਉਹ ਸਿੱਖ ਹੋ ਗਈ, ਫੇਲ ਹੋ ਗਈ। ਉਹਦੇ ਬਾਅਦ ਉਹ ਕੰਪਨੀ ਚਲੀ ਗਈ ਲਿਕੁਇਡੇਸ਼ਨ 'ਚ। ਲਿਕੁਇਡੇਸ਼ਨ ਹੁੰਦੀ ਆ ਹਾਈ ਕੋਰਟ ਦੇ ਵਿੱਚ, ਮੈਂ ਵਕੀਲ ਵੀ ਹਾਂ, ਤੁਹਾਨੂੰ ਮੈਨੂੰ ਪਤਾ ਹੈ ਜੀ। ਹਾਈ ਕੋਰਟ ਇੱਕ ਲਿਕੁਇਡੇਟਰ ਲਾ ਦਿੰਦਾ ਜੀ ਬਿਲਕੁਲ। ਲਿਕੁਇਡੇਟਰ ਇੱਕ ਵਕੀਲ ਹੁੰਦਾ ਆਮ ਤੌਰ ਤੇ, ਲੀਗਲ ਮਾਈਂਡ ਹੁੰਦਾ, ਨਾਮ ਵੀ ਲਿਖਿਆ ਲੀਗਲ ਮਾਈਂਡ ਹੁੰਦਾ। ਲਿਕੁਇਡੇਟਰ ਦਾ ਅੱਗੇ ਕੀ ਕੰਮ ਆ? ਉਹਦੇ ਐਸੈਟਸ ਡਿਸਪੋਜ਼ ਆਫ ਕਰਨੇ ਤੇ ਲੈਣਦਾਰਾਂ ਨੂੰ ਲੈਣਦਾਰੀਆਂ ਦੇ ਰੇਸ਼ੋ ਵਗੈਰਾ ਬਣਾਉਣੀ ਜੀ। ਉਹ ਜਿਹੜੇ ਡਿਸਪੋਜ਼ ਆਫ ਕਰਨੇ ਹੁੰਦੇ ਐਸੈਟਸ, ਉਹਨੇ ਆਪਣੇ ਵੱਲੋਂ ਇੱਕ ਸੇਫਰ ਸਾਈਡ ਤੇ ਆਰਸੀਐਲ ਕੰਪਨੀ ਜਿਹੜੀ ਹੈਗੀ ਆ ਉਹਨੂੰ ਐਨਗੇਜ ਕੀਤਾ ਇੱਕ ਸਰਵਿਸ ਪ੍ਰੋਵਾਈਡਰ ਦੇ ਤੌਰ ਤੇ। ਆਰਸੀਐਲ ਨੂੰ ਜਿੱਦਾਂ ਇਹਨਾਂ ਨੇ ਕਹਿਤਾ ਕੋਈ ਉਹ ਰੱਬ ਨਹੀਂ ਆ, ਵੀ ਆਰਸੀਐਲ ਨੇ ਜੋ ਕਰਤਾ, ਆਰਸੀਐਲ ਵੀ ਕਿਸੇ ਨਾਲ ਰਲ ਜਾਂਦੀ, ਉਹ ਵੀ ਪਾਰਟੀ ਹੋ ਸਕਦੀ, ਹੋਈ ਆ, ਮੈਂ ਸਾਬਤ ਕਰਕੇ ਦੱਸੂਗਾ, ਹੋਈ ਆ ਉਹ। ਆਰਸੀਐਲ ਨੇ ਨਿਲਾਮੀ ਰੱਖਤੀ ਸਿੰਗਲ ਵਿਡ ਆ, ਸਿੰਗਲ ਵਿਡ ਜਿਹਨੂੰ ਕਹਿੰਦੇ ਨਾ, ਔਰ ਉਹ ਵਿਡ ਦੇ ਵਿੱਚ ਕਿੰਨੀ ਅੱਖ ਮਚਾਉਣੀ ਹੋਈ ਆ ਉਹ। ਕਿਉਂਕਿ ਜਿਸਲੇ ਕੋਈ ਕ੍ਰਾਈਮ ਹੁੰਦਾ ਜਾਂ ਕਰਪਸ਼ਨ ਹੁੰਦੀ ਨਾ, ਇਹ ਅਲਟੀਮੇਟਲੀ ਸਰਕਮਸਟੈਂਸ਼ੀਅਲ ਐਵੀਡੈਂਸ ਨਾਲ ਪ੍ਰੂਵ ਹੁੰਦੀ ਆ। ਜੀ ਬਿਲਕੁਲ। ਕਾਗਜ਼ ਪੱਤਰ ਹਰ ਕੋਈ ਸਾਫ਼ ਰੱਖਣੇ ਦੀ ਕੋਸ਼ਿਸ਼ ਕਰਦਾ। ਜੀ ਬਿਲਕੁਲ। ਕੋਈ ਵੀ ਕ੍ਰਾਈਮ ਹੋਗਾ ਉਹਦੇ ਜੋ ਵਾਕਿਆਤ ਆ, ਉਹ ਕਿਸ ਤਰ੍ਹਾਂ ਘਟਨਾਵਾਂ ਘਟਨੀਆਂ, ਕੀ ਸੀਕੁਐਂਸ ਬਣਿਆ, ਉਹ ਇੰਪੋਰਟੈਂਟ ਹੁੰਦੇ ਆ। ਬਾਕੀ ਤਾਂ ਫਿਰ ਲਾਈ ਡਿਟੈਕਟਰ ਟੈਸਟ ਆ ਜਾਂ ਸੀਬੀਆਈ ਦੀ ਇੰਟਰੋਗੇਸ਼ਨ ਆ ਜਾਂ ਵਿਜੀਲੈਂਸ ਦੀ ਇੰਟਰੋਗੇਸ਼ਨ ਆ, ਉਹੀ ਪੁੱਠੇ ਲੰਮੇ ਪਾ ਕੇ ਪੁੱਛ ਸਕਦੀ ਆ। ਠੀਕ ਹੈ ਨਾ, ਕਾਗਜ਼ ਨਹੀਂ ਪੁੱਠੇ ਲੰਮੇ ਪਾ ਸਕਦੇ ਕਿਸੇ ਨੂੰ। ਪੁੱਠੇ ਲੰਮੇ ਪਾ ਲੈਣ ਤਾਂ 2 ਮਿੰਟਾਂ 'ਚ ਸਾਰਾ ਕੁਝ ਜੋ ਮੈਂ ਕਹਿੰਦਾ 101% ਸਹੀ ਹੋਊਗਾ, ਉਹ ਤੋਂ ਵੀ ਵੱਧ ਨਿਕਲੇ ਹੋਊਗਾ। ਸੋ ਇਹ ਕੰਪਨੀ ਜਿਹੜੀ ਹੈਗੀ ਆ, ਇਹਨਾਂ ਨੂੰ ਅਲਾਟ ਹੋਈ ਸੀਗੀ 32 ਏਕੜ ਜਗ੍ਹਾ 84 ਦੇ ਵਿੱਚ, ਔਰ ਇਹ ਸਿੱਕ ਹੋ ਗਈ 2002 ਦੇ ਵਿੱਚ। ਤੇ ਉਹਦੇ ਬਾਅਦ ਇਹ ਲਿਕੁਇਡੇਸ਼ਨ 'ਚ ਚਲੀ ਗਈ ਕੰਪਨੀ ਤੇ ਆਰਸੀਐਲ ਨੂੰ ਇਹਦਾ ਜਮ੍ਹਾਂ ਦੇ ਦਿੱਤਾ ਨਿਲਾਮੀ ਦਾ। ਤੇ ਆਰਸੀਐਲ ਨੇ ਕੀ ਕੀਤਾ ਅੱਗੇ, ਇਹਨੂੰ 90 ਕਰੋੜ ਦੇ ਵਿੱਚ 17 ਸਭ ਤੋਂ ਪਹਿਲਾਂ ਉਹਨਾਂ ਨੇ 31/1/2020 ਨੂੰ ਇਹਦੀ ਬੋਲੀ ਰੱਖੀ, ਬਿਡ ਰੱਖੀ ਸੀ 21/1/2020 ਨੂੰ। ਠੀਕ ਹੈ ਨਾ ਜੀ। ਉਸ ਲਈ ਇਹਨਾਂ ਦਾ ਆਪਣਾ ਅਰੇਂਜਮੈਂਟ ਨਹੀਂ ਹੋਇਆ ਸੀ ਇਹਨੂੰ ਖਰੀਦਣ ਦਾ। ਫਿਰ ਇਹਨਾਂ ਨੇ ਇੱਕ ਕੰਪਨੀ ਫਾਰਮ ਕੀਤੀ ਆਪਣੇ ਚਹੇਤਿਆਂ ਦੀ, ਜਿਹਨੂੰ ਕਿ GRG ਦੇ ਨਾਂ ਤੇ ਕੰਪਨੀ ਸੀ। ਤੁਸੀਂ ਦੋਸ਼ ਲਾ ਰਹੇ ਹੋ ਕਿ ਜਿਹੜੀ GRG ਕੰਪਨੀ ਖਰੀਦਣ ਵਾਸਤੇ ਫਾਰਮ ਹੋਈ ਹੈ, ਉਹ ਇਹਨਾਂ ਦੀ ਬਿਡ ਕੱਢਣੇ ਤੋਂ ਬਾਅਦ ਹੋਈ। ਫਿਰ ਇਹਨਾਂ ਨੇ ਨਹੀਂ, ਉਹਦੇ ਨਾਲ ਅਰੋੜਾ ਸਾਹਿਬ ਦਾ ਕੀ ਸੰਬੰਧ ਹੋਇਆ? ਉਹ ਤਾਂ ਮੰਤਰੀ ਨੇ। ਮੰਤਰੀ ਕਸਟੋਡੀਅਨ ਹੁੰਦਾ ਆ ਹਰ ਮਹਿਕਮੇ ਦਾ। ਮੰਤਰੀ ਹੱਥ ਝਾੜ ਕੇ ਨਹੀਂ ਬਾਹਰ ਜਾ ਸਕਦਾ। ਮੰਤਰੀ ਜੇ ਕੋਈ ਘਾਟਾ ਪਿਆ, ਪਬਲਿਕ ਐਕਸਚੈਕਰ ਨੂੰ ਨੁਕਸਾਨ ਹੋਇਆ, ਜੇ ਵੱਲੇ ਵੱਲੇ ਮੰਤਰੀ ਨੇ ਖੱਟਣੀ ਨਾ ਮੇਰੇ ਮਹਿਕਮੇ ਨੇ ਬਹੁਤ ਵਧੀਆ ਕੰਮ ਕੀਤੇ ਆ, ਤਾਂ ਜਿੱਥੇ ਘਪਲੇਬਾਜ਼ੀ ਹੋਈ ਨਾ, ਉਹ ਮੰਤਰੀ ਨੂੰ ਓਨ ਕਰਨੀ ਪੈਣੀ ਆ। ਜਾਂ ਮੰਤਰੀ ਅੱਜ ਨਾ ਕਵੇ, ਜਾਂ ਤਾਂ ਮੰਤਰੀ ਕਵੇ, ਮੰਤਰੀ ਤਾਂ ਕਹਿੰਦਾ ਜੀ ਮੈਂ ਕਿਸੇ ਵੀ ਇਨਕੁਆਇਰੀ ਨੂੰ ਤਿਆਰ ਹਾਂ, ਫਿਰ ਕਿਹਨੇ ਰੋਕਿਆ? ਸਾਰਿਆਂ ਨੇ ਮੰਗ ਕਰ ਲਈ, ਅਕਾਲੀ ਦਲ ਨੇ ਕਰ ਲਈ, ਆਪ ਨੇ ਕਰ ਲਈ, ਅਸੀਂ ਕਰ ਲਈ। ਮੰਤਰੀ ਨੋਟ ਲਿਖ ਲਵੇ ਪੇਜ 'ਚ, ਬੜਾ ਰੌਲਾ ਪੈ ਗਿਆ ਜੀ, ਬੜਾ ਇਹਦੇ 'ਚ ਬਵਾਲ ਉੱਠ ਗਿਆ। ਤੇ ਮੈਂ CM ਸਾਹਿਬ ਰਿਕਮੈਂਡ ਕਰਦਾ ਵੀ CBI ਤੋਂ ਇਨਕੁਆਇਰੀ ਕਰਾ ਲਓ। ਸਰ, ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਹੋਈ ਹੈ, ਨਵਾਂ ਕਾਂਗਰਸ 'ਚ ਕਲੇਸ਼ ਪਿਆ ਹੈ ਤੇ 2 ਬੰਦੇ ਅਗਲੇ ਨੇ ਕੱਢਣੇ ਨੇ ਕੈਬਨਿਟ ਤੋਂ, 2 ਪਾਣੇ ਨੇ ਮੰਤਰੀ ਸਾਹਿਬ ਤੇ ਨਾ ਇਹ ਕਹਿਣਾ ਹੱਥ ਝਾੜ ਦੋਗੇ ਭਈ ਮੈਂ ਇਨਕੁਆਇਰੀ ਕੋਈ ਵੀ ਤਿਆਰ ਕਰਾਉਣ ਨੂੰ। ਤੁਸੀਂ ਫਾਈਲ ਤੇ ਲਿਖੋ ਭਈ CBI ਦੀ ਇਨਕੁਆਇਰੀ ਕਰਾਈ ਜਾਵੇ, ਤਾਂ ਕਿ ਲੋਕਾਂ ਦਾ ਯਕੀਨ ਬਣੇ, ਸਰਕਾਰ ਦੇ ਵਿੱਚ ਯਕੀਨ ਬਣੇ। ਇਹ ਜਿਹੜਾ ਐਡਾ ਉੱਠ ਪਿਆ, ਸਾਰੀਆਂ ਪਾਰਟੀਆਂ ਚੱਕੀ ਬੈਠੀਆਂ ਆ ਇਸ ਉਹਨੂੰ, ਔਰ ਸਾਬਤ ਹੁੰਦਾ ਸਭ ਕੁਝ। ਮੈਂ ਕਰਕੇ ਦਿਖਾਉਣਾ ਤੁਹਾਨੂੰ ਹੁਣੇ 2 ਮਿੰਟ ਦੇ ਵਿੱਚ। ਇਹ ਜਿਹੜਾ ਕਰਪਸ਼ਨ ਦਾ ਐਡਾ ਸਕੈਂਡਲ ਆ ਸਾਬਤ ਹੁੰਦਾ, ਔਰ ਮੰਤਰੀ ਦੀ ਇਨਵੋਲਵਮੈਂਟ ਸਾਬਤ ਹੁੰਦੀ ਆ। ਕਿਉਂਕਿ GRG ਜਿਹੜਾ ਹੈਗੇ ਆ, ਇਹਨਾਂ ਨਾਲ ਇਹਨਾਂ ਦੀ ਤੁਸੀਂ ਕਿਤੋਂ ਪਤਾ ਕਰ ਲਓ, ਇਹਨਾਂ ਦੀ ਮੂੰਹ ਕੱਟੀ ਰੋਟੀ ਆ। ਕਦੀ ਉਹ ਉਹਨਾਂ ਦੇ ਘਰ ਖਾਂਦੇ, ਕਦੀ ਉਹਨਾਂ ਦੇ ਘਰ ਖਾਂਦੇ ਆ। ਹੁਣ ਮਤਲਬ ਜੇ ਸਿਟੀ ਫਿਰ 90 ਕਰੋੜ 'ਚ ਆਪਾਂ ਫੈਕਟ ਤੇ ਆਈਏ ਕਿ 90 ਕਰੋੜ 'ਚ GRG ਨੇ ਜਿਹੜੀ ਕੰਪਨੀ ਨੇ ਖਰੀਦੀ ਹੈ, ਤੁਸੀਂ ਕਹਿੰਦੇ ਹੋ ਕਿ ਉਹਦੇ ਵਿੱਚ ਬਿਡ ਜਿਹੜੀ ਆ ਸਿੰਗਲ ਸੀ, ਔਰ ਕੰਪਨੀ ਫਾਰਮ ਕਰਨੇ ਤੋਂ ਬਾਅਦ ਉਹਦਾ ਐਕਸਟੈਂਸ਼ਨ ਕੀਤਾ, ਕੋਰੀਐਂਡਮ ਲਾ ਕੇ ਡੇਟ ਦੀ ਐਕਸਟੈਂਸ਼ਨ ਦਿੱਤੀ ਆ। ਤੇ ਦੂਜਾ ਬੋਲੀਕਾਰ ਹੀ ਨਹੀਂ ਆਇਆ, ਕੋਈ ਨਹੀਂ ਆਇਆ। 95 ਜਿੰਨੀ ਰਿਜ਼ਰਵ ਪ੍ਰਾਈਸ ਤੇ ਬੋਲੀ ਛੁੱਟੀ ਆ। ਅੱਗੇ ਦੇਖੋ ਤੁਸੀਂ, ਉਹਨੇ ਪੈਸੇ ਵੀ ਨਹੀਂ ਜਮ੍ਹਾਂ ਕਰਾਏ, 45 ਕਰੋੜ ਜਮ੍ਹਾਂ ਕਰਾ ਕੇ ਮਾਲ ਵੇਚ ਦਿਓ ਫਟਾਫਟ। ਕਦੀ ਏਦਾਂ ਹੋਇਆ ਸਰਕਾਰ ਦੇ ਪੈਸੇ ਜਮ੍ਹਾਂ ਕਰਾਏ ਨੇ? ਜਿਹੜੇ ਅੱਧੇ ਪੈਸੇ ਡੈਫਰ ਕਰਨੇ ਦੀ ਆ, ਉਹਦੇ ਤੇ ਇਨਫੋਟੈਕ, ਐਕਚੁਅਲੀ ਇਨਫੋਟੈਕ ਮਾਲਕ ਆ ਇਸ ਦਾ, ਸਮਝਿਆ ਨਾ? ਹਾਂ, ਇਨਫੋਰਮੇਸ਼ਨ ਟੈਕਨੋਲੋਜੀ ਕਾਰਪੋਰੇਸ਼ਨ, ਉਹ ਮਾਲਕ ਆ। ਮਾਲਕ ਜਿਹੜਾ ਹੈਗਾ ਉਹ ਹਮੇਸ਼ਾ ਕੰਟਰੋਲ 'ਚ ਰਹਿੰਦਾ। ਘਾਟਾ ਪੈਣਾ ਉਸ ਕੰਪਨੀ ਨੂੰ ਪੈਣਾ, ਵਾਧਾ ਪੈਣਾ ਉਸ ਕੰਪਨੀ ਨੂੰ। ਉਸ ਕੰਪਨੀ ਨੇ ਕਿਹਾ ਕਿ ਮੇਰੇ 121 ਕਰੋੜ ਰੁਪਏ ਦੇ ਅਨਅਰਨਡ ਪ੍ਰੋਫਿਟ ਆ, ਅਨਅਰਨਡ ਪ੍ਰੋਫਿਟ, ਉਹ ਮੇਰੇ ਉਹਦੇ 'ਚ ਪ੍ਰਾਈਸ 'ਚ ਸ਼ਾਮਲ ਹੁੰਦੇ ਆ।
ਤੁਸੀਂ ਪਹਿਲੀ ਗੱਲ ਤਾਂ ਰਿਜ਼ਰਵ ਪ੍ਰਾਈਸ ਉਹਨੂੰ ਛੱਡ ਕੇ ਕਿੱਦਾਂ ਬਣਾਉਂਦੇ ਹੋ, ਦੱਸੋ ਕਿੱਦਾਂ ਬਣਾਉਂਦੇ ਹੋ? ਠੀਕ ਆ, ਕੋਈ ਬਾਲੀ ਵਾਰਸ ਨਹੀਂ ਮਹਿਕਮੇ ਦਾ, ਕੋਈ ਪੁੱਛਣ ਵਾਲਾ ਨਹੀਂ ਆ, ਮੰਤਰੀ ਕੱਲ੍ਹ ਹੀ ਹੁੰਦੇ ਆ। 121 ਕਰੋੜ ਨੂੰ ਪਾਸੇ ਰੱਖ ਕੇ ਉਹਦੇ ਅਰਨਡ ਪ੍ਰੋਫਿਟ ਜਿਹੜੇ ਛੱਡ ਕੇ, ਜਿਹੜਾ ਬਾਰ-ਬਾਰ ਕੰਪਨੀ ਕਹਿ ਰਹੀ ਆ, ਲਿਖ ਕੇ ਵੀ ਕਹਿ ਰਹੀ ਆ, ਬਾਅਦ ਚ ਵੀ ਐਗਰੀ ਨੇ ਕੀਤਾ, ਮੇਰੇ ਕੋਲ ਲੈਟਰ ਆ ਉਹਦੀ ਜੀ ਭਈ ਤੁਸੀਂ ਇਹ ਸਾਨੂੰ ਘਾਟਾ ਕਿੱਦਾਂ ਪਵਾਉਂਦੇ ਪਏ ਹੋ। ਔਰ PSIDC ਜਿਹੜੀ ਇਹਨਾਂ ਦੀ ਹੱਥ ਦੀ ਕਠਪੁਤਲੀ ਆ ਮੰਤਰੀ ਜੀ ਦੇ, ਆਪਣੇ ਡਾਇਰੈਕਟਰ ਸੀ ਸਾਰੇ, ਉਹ ਵੀ ਭੱਜ ਗਏ ਬਾਅਦ ਚ, ਤਾਂ ਹੁਣ ਉਹ ਕੱਢ ਦਿੱਤੇ ਜਿਹੜੇ ਨਹੀਂ ਕਹਿਣਾ ਮੰਨਦੇ ਸੀ। ਉਹਨਾਂ ਨੇ ਅਰਨਡ ਪ੍ਰੋਫਿਟ ਕਿੱਦਾਂ ਮਾਫ ਕਰ ਦਿੱਤੇ। ਐਡਵੋਕੇਟ ਜਨਰਲ ਨੇ ਕੁਐਸਚਨ ਕੀ ਚੱਕਿਆ, ਡਾਇਰੈਕਟ ਲਾਸਿਸ, ਇਨਡਾਇਰੈਕਟ ਲਾਸਿਸ ਤਾਂ ਮੈਂ ਕੱਢ ਕੇ ਦੱਸੇ 400 ਕਰੋੜ ਦੇ ਨਾ, ਕਿਉਂਕਿ ਜਿਹੜੀ ਕੰਪਨੀ ਨੇ GRG ਨੇ ਖਰੀਦੀ ਆ, ਉਹਨੇ ਅੱਗੇ ਇੱਕ ਬਰੋਸ਼ਰ ਛਾਪ ਦਿੱਤਾ, ਉਹ ਕੰਪਨੀ ਸੀਗੀ GRG ਸਾਈਬਰ ਹੱਬ, ਵੀ ਇੰਨੇ ਰੁਪਏ ਗਜ ਦੇ ਹਿਸਾਬ ਨਾਲ ਅਸੀਂ ਪਲਾਟ ਵੇਚਦੇ ਹਾਂ। ਅਸੀਂ ਤਾਂ ਕੈਲਕੂਲੇਸ਼ਨ ਇਹੋ ਕੀਤੀ ਆ, ਉਹਦੇ ਨਾਲ ਵਿਕਣੇ ਵੀ ਸ਼ੁਰੂ ਹੋ ਗਏ ਉਹਨਾਂ ਦੇ। ਉਹ ਬਣਦਾ ਸੀ 450 ਕਰੋੜ ਰੁਪਈਆ, ਤੇ 45 ਕਰੋੜ ਦੇ ਕੇ 450 ਕਰੋੜ ਰੁਪਈਆ ਕਮਾਣਾ, 400 ਕਰੋੜ ਦਾ ਸਕੈਂਡਲ ਹੋਇਆ ਕਿ ਨਹੀਂ ਹੋਇਆ? ਚਲੋ ਇਹ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ, ਜਿਹੜੇ ਤੋਂ ਭੱਜਦੇ ਆ, ਇਹ ਨਹੀਂ ਕਰਾਉਂਦੇ। ਪਰ ਜ਼ਿਲ੍ਹੇ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਹੋਈ, PSIC ਨੂੰ ਨੋਡਲ ਏਜੰਸੀ ਬਣਾਤਾ, ਇਨਫੋਟੈਕ ਨੂੰ ਪਾਸੇ ਕੱਢ ਦਿੱਤਾ ਬਾਹਰ। ਇਨਫੋਟੈਕ ਚੀਕਾਂ ਮਾਰੀ ਜਾਂਦਾ, ਚਿੱਠੀਆਂ ਲਿਖ ਕੇ ਦੇਈ ਜਾਂਦਾ ਵੀ ਤੁਸੀਂ ਅਰਨਡ ਪ੍ਰੋਫਿਟ ਮੇਰੇ ਲੈ ਕੇ ਦਿਓ, ਹਾਲੇ ਤੱਕ ਵੀ ਜਸਟ ਸਟਿਲ ਨਾਓ। ਤੇ ਇਹ ਉਹਦੀ ਗੱਲ ਤੇ ਗੌਰ ਹੀ ਨਹੀਂ ਕਰਦੀ। PSIC ਨੋਡਲ ਏਜੰਸੀ ਬਣ ਕੇ ਵੇਚ ਦਿੰਦੀ ਆ, 45 ਕਰੋੜ ਮੰਤਰੀ ਜੀ ਡੈਫਰ ਵੀ ਕਰ ਦਿੰਦੇ ਆ। ਉਹ ਡੈਫਰ ਕਿਸ ਗੱਲੋਂ ਕਰ ਦਿੱਤਾ, ਕਿਸ ਖੁਸ਼ੀ 'ਚ ਕਰ ਦਿੱਤਾ? ਫਿਰ ਕਹਿੰਦੇ ਮੈਂ ਕਮਾ ਕੇ ਦਿੱਤਾ, 105 ਦਾ 90 ਮਿਲਿਆ, ਤੁਸੀਂ 90 ਪੂਰਾ ਜੇਬ 'ਚ ਪਵਾ ਦਿਓ। 90 ਵੀ ਪੂਰਾ ਨਹੀਂ ਪਾਇਆ, 45 ਪਾਇਆ। ਦੇਖੋ IRS ਆਫਿਸਰ ਆ ਮੈਡਮ ਬਰੈਚ, ਇਮਾਨਦਾਰ, ਸਭ ਜਾਣਦੇ ਆ ਕਿ ਅਪਰਾਈਟ ਆਫਿਸਰ ਆ। ਉਹਨੇ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਜਿਹੜੀ ਆਨਲਾਈਨ ਹੋਈ, ਉਹਨੇ ਕਹਿਤਾ ਜੀ ਮੈਂ ਨਹੀਂ ਮੰਨਦੀ ਇਹ। ਤੁਸੀਂ ਮੈਂ ਮੰਤਰੀ ਰਿਹਾ ਨਾ, ਜਦੋਂ ਵੀ ਕੋਈ ਵੀ ਡੀਲ ਹੁੰਦੀ ਆ ਸਰਕਾਰ ਦੀ, ਕਿਸੇ ਕੰਪਨੀ ਦਾ, ਸਰਕਾਰ ਦੇ ਡਿਪਾਰਟਮੈਂਟ ਦਾ, ਜਿੱਥੇ ਫਾਈਨੈਂਸ਼ੀਅਲ ਇੰਪਲੀਕੇਸ਼ਨ ਨਾਲ ਲਾਸ ਹੁੰਦਾ, ਉਹ ਡੀਲ ਜਿਹੜੀ ਆ ਫਾਈਨੈਂਸ ਡਿਪਾਰਟਮੈਂਟ ਤੋਂ ਅਪਰੂਵ ਹੁੰਦੀ ਆ। ਇਹਦੇ ਵਿੱਚ 121 ਕਰੋੜ ਨੂੰ ਤੁਸੀਂ ਇੱਕ ਪਾਸੇ ਰੱਖ ਦਿੰਦੇ ਹੋ, ਜਾਂ 105 ਕਰੋੜ ਤੋਂ 95 ਕਰੋੜ ਦੀ ਬੋਲੀ ਅਪਰੂਵ ਕਰਦੇ ਹੋ, ਤਾਂ ਫਾਈਨੈਂਸ ਡਿਪਾਰਟਮੈਂਟ ਦੀ ਪਰਮਿਸ਼ਨ ਨਹੀਂ ਹੋਈ। ਔਰ ਇਹ ਸਾਰੇ ਲੀਗਲ ਕੰਪਲੀਕੇਸ਼ਨ ਨੂੰ ਉਹਨਾਂ ਨੇ ਕਿਹਾ, ਮੈਡਮ ਬਰੈਚ ਨੇ ਪਹਿਲਾਂ ਤਾਂ ਉਹਦਾ ਫੋਨ ਬੰਦ ਕਰ ਦਿੱਤਾ। ਉਹਨੇ ਕਿਹਾ ਜੀ ਮੇਰਾ ਫੋਨ ਨਹੀਂ ਸੁਣਦਾ। ਉਹਨੇ WhatsApp ਮੈਸੇਜ ਭੇਜਿਆ, ਲੈਟਰ ਰਿਟਰਨ ਪਾਇਆ ਕਿ ਤੁਸੀਂ ਮੰਤਰੀ ਜੀ ਉੱਥੇ ਬੈਠੇ ਆ ਆਪਣੇ ਦਫ਼ਤਰ 'ਚ, ਜਿਹੜੇ ਡਾਇਰੈਕਟਰ ਜਿਹੜੀ ਸਪੋਰਟ ਨਹੀਂ ਕਰਦੇ, ਉਹ BOG ਦੀ ਮੀਟਿੰਗ 'ਚ ਉਹਨਾਂ ਨੂੰ ਦਬਕੇ ਦਿੰਦੇ ਆ। ਉਹਨਾਂ ਨੂੰ ਕੱਢ ਵੀ ਦਿੱਤਾ ਜੁਲਾਈ 'ਚ, ਕਿ ਤੁਸੀਂ ਸਪੋਰਟ ਨਹੀਂ ਕਰਦੇ ਸੀ। ਤੇ ਉਹਨਾਂ ਨੂੰ ਉਹਨੇ ਜਿਸਲੇ ਰਿਟਰਨ ਦਿੱਤਾ, ਅਸੀਂ ਉਸ ਬੇਸ 'ਤੇ ਸਾਰਾ ਇਸ਼ੂ ਚੁੱਕਿਆ ਸੀ, ਸਰਕਾਰ ਦੇ ਅਫਸਰ ਦੇ ਕਹਿਣ ਦੇ ਬੇਸ 'ਤੇ ਜਦੋਂ ਇਸ਼ੂ ਚੁੱਕਿਆ ਸੀ। ਅੱਜ ਤੋਂ 7 ਮਹੀਨੇ ਪਹਿਲਾਂ ਮੈਂ ਇਸ਼ੂ ਚੁੱਕਿਆ, ਤੇ AG ਦੀ ਰਿਪੋਰਟ ਇਸ ਇਸ਼ੂ ਚੱਕਣ ਤੋਂ ਬਾਅਦ ਲਈ ਗਈ ਹੈ। ਉਦੋਂ ਇਹਨਾਂ ਨੇ ਇੱਕ ਪ੍ਰਾਈਵੇਟ ਵਕੀਲ ਐਨਗੇਜ ਕਰਕੇ, ਜਿਹਦੀ ਬੜਾ ਚਰਚਾ ਕਰਦੇ ਆ, ਤੁਸੀਂ AG ਤਾਂ ਤੁਹਾਡਾ ਮੁਫਤ ਵਕੀਲ ਹੁੰਦਾ ਹੈ, ਤੁਸੀਂ AG ਦੀ ਕਿਉਂ ਨਹੀਂ ਲੈਂਦੇ, ਡਰਦੇ ਕਿਉਂ ਹੋ? ਇਹਨਾਂ ਨੇ ਪੈਸੇ ਦੇ ਕੇ ਵਕੀਲ ਲਿੱਤਾ ਬਾਹਰੋਂ, ਪੈਸੇ ਦੇ ਕੇ ਵਕੀਲ ਕਰਕੇ ਆਪਣੇ ਹੱਕ 'ਚ ਰਿਪੋਰਟ ਕਰਾ ਲਈ ਪੇ ਹੋ ਜਾਵੇ ਜੀ, ਹੋ ਜਾਵੇ, ਕੁਛ ਨਹੀਂ ਹੋ ਕਹਿੰਦਾ। ਮਨੀਸ਼ਾ ਗਾਂਧੀ ਐਡੀ ਵੱਡਾ AG ਡਿਪਾਰਟਮੈਂਟ ਆ, ਕਿੰਨੇ ਉਹਨਾਂ ਦੇ ਪੈਸੇ ਖਰਚਦੇ ਆ, ਹਾਂਜੀ। ਪਰ AG ਤੋਂ ਡਰਦੇ ਸੀ। ਹੁਣ AG ਕੋਲ ਆ ਗਿਆ ਨਾ ਕੇਸ ਜਿਲੇ CM ਦੇ ਥਰੂ, ਤਾਂ AG ਨੇ ਕੀ ਕੀਤਾ? ਨਹੀਂ, AG ਨੇ ਕੀ ਕੀਤਾ ਦੱਸੋ ਮੈਨੂੰ? AG ਨੇ ਕਹਿਤਾ ਭਈ ਡਾਇਰੈਕਟ ਲਾਸ ਜਿਹੜਾ ਹੈਗਾ 125 ਕਰੋੜ ਦਾ ਹੋ ਗਿਆ ਅਰਨਡ ਪ੍ਰੋਫਿਟ, ਉਹ ਮਨਜ਼ੂਰੀ ਲੈਣੀ ਬਹੁਤ ਜ਼ਰੂਰੀ ਸੀ। ਉਹਦੇ 'ਚ ਮੰਤਰੀ ਦਾ ਨਾਂ ਲੈ ਕੇ ਉਹਨਾਂ ਨੇ ਲਿਖਿਆ। ਪਰ ਤੁਸੀਂ ਇੱਕ ਨਾ ਬੜਾ ਸ਼ਰਾਰਤੀ ਜਿਹਾ ਹਾਸਾ ਦੇਖਣ ਨੂੰ ਮਿਲਿਆ ਤੁਹਾਡੇ ਮੂੰਹ ਦੇ ਉੱਤੇ ਕਿ AG ਨੂੰ ਨਾਂ ਲੈ ਕੇ ਬਾਹਰੋਂ ਤੁਹਾਡੀ ਪਰਸਨੈਲਿਟੀ ਬੜੀ ਪਲੇਜ਼ੈਂਟ ਆ ਜੀ। ਨਹੀਂ, ਮੈਂ ਜੋ ਇਸ਼ਾਰਾ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਲੱਗਦਾ ਹੈ ਕਿ ਇਹ ਫਿਰ ਕੰਮ ਜਿਹੜਾ ਹੈਗਾ ਮੁੱਖ ਮੰਤਰੀ ਦਫ਼ਤਰ ਨੂੰ ਜਾਣਕਾਰੀ ਤੋਂ ਬਾਹਰ ਰੱਖ ਕੇ ਕੀਤਾ ਗਿਆ। ਕਿਹੜਾ ਜੋ ਵੀ ਕੀਤਾ ਗਿਆ, ਤਾਂ ਹੀ AG ਹੁਣ ਇਨਵੋਲਵ ਹੋਏ ਨੇ, ਤਾਂ ਹੀ AG ਇਹ ਰੌਲਾ ਨਾ ਪਿਆ ਤਾਂ ਇਹ ਵਿੱਚੋਂ ਵਿੱਚ ਸਾਰਾ ਕੁਝ ਹੋ ਜਾਣਾ ਸੀ। ਮੁੱਖ ਮੰਤਰੀ ਨੂੰ ਪਤਾ ਨਹੀਂ ਲੱਗਦਾ। ਮੈਂ ਕਿਹਾ ਜੀ ਰੱਬ ਜਾਣੇ ਕਿਹੜਾ ਇਹ ਮੁੱਖ ਮੰਤਰੀ ਦੀ ਕੁਰਸੀ ਬਚਾਉਣ ਲਈ ਮੰਤਰੀ ਤੁਰਿਆ ਸੀ। ਮੁੱਖ ਮੰਤਰੀ ਨੇ ਆਪਣੀ ਕੁਰਸੀ ਬਚਾਉਣ ਲਈ ਤੁਰਿਆ ਪਿਆ ਸੀ, ਆਪਣੀ ਕੁਰਸੀ। ਜਿਹੜਾ ਮਤਲਬ ਕਾਂਗਰਸ ਦਾ ਪਿਛਲੇ 6-7-8 ਮਹੀਨੇ ਦਾ ਰੌਲ ਘਚੋਲਾ, ਉਸ 'ਚ ਕਈ ਬੰਦੇ ਦਾਲ ਆ ਗਏ ਮੰਤਰੀ। ਬਿਲਕੁਲ ਰੌਲਾ ਸੀ ਮੰਤਰੀ ਮੰਡਲ 'ਚ। ਇਹਦਾ ਇੱਕ JCB ਹੈ, ਅੱਗੇ ਵੀ ਆ ਬੜਾ ਕੁਛ, ਅੱਗੇ ਬੜਾ ਕੁਛ ਆਡੇ ਕਾਗਜ਼ ਫੜੇ ਪਏ ਆ, ਹੋਰ ਫਿਰ ਕੋਲ ਫਾਈਲ ਪਈ ਆ। ਇਹ ਮਹਿਕਮੇ 'ਚ ਦੇਖੋ, ਜਿਸਲੇ ਐਂਡ ਆਉਂਦਾ ਨਾ ਫਿਰ ਸਾਰੇ ਬੋਲ ਪੈਂਦੇ, ਜਿਸਲੇ ਪੀਰੀਅਡ ਲੰਬਾ ਪਿਆ ਹੁੰਦਾ ਫਿਰ ਲੋਕੀ ਨਹੀਂ ਦੱਸਦੇ। ਪਰ ਇਹ RTI ਵੀ ਨਹੀਂ ਕਿਸੇ ਨੂੰ ਜਵਾਬ ਦਿੰਦੇ, RTI ਵੀ ਨਹੀਂ ਲੈਣ ਦਿੰਦੇ ਮੰਤਰੀ, ਵੀ RTI ਦੇ ਕੋਈ ਜਵਾਬ ਨਹੀਂ ਦੇਣਾ। ਉੱਥੇ ਇੱਕ ਕੈਕਸ ਬਣਿਆ ਪਿਆ ਹੈ, ਵੱਡੇ ਵੱਡੇ ਇਹਨਾਂ ਦੇ ਅਫਸਰ ਖਾਸ ਆ, ਇਹਨਾਂ ਦੇ ਜਿਹੜੇ ਬਹੁਤ ਚਹੇਤੇ ਆ, ਉਹ ਸਾਰਾ ਕੁਛ ਸਫਾਈ ਦੇ ਨਾਲ ਕਾਗਜ਼ੀ ਪੱਤਰੀ ਕਰ ਦਿੰਦੇ ਆ, ਤੇ ਮੰਤਰੀ ਜੀ ਨੂੰ 2 ਲਾਈਨਾਂ ਲਿਖ ਕੇ ਦਿੰਦੇ ਆ ਵੀ RCL ਕਰ ਰਿਹਾ, ਜੋ RCL ਕਰ ਰਿਹਾ, ਜੋ ਮਰਜ਼ੀ ਖੂਹ 'ਚ ਪਾ ਦੇਵੇ ਸਰਕਾਰ ਨੂੰ RCL।
ਆਰਸੀਐਲ ਮੈਨੂੰ ਦੱਸੋ, ਆਰਸੀਐਲ ਨੂੰ ਤੁਸੀਂ, ਉਹ ਤਾਂ ਇੱਕ ਸਰਵਿਸ ਪ੍ਰੋਵਾਈਡਿੰਗ ਏਜੰਸੀ ਆ, ਉਹਨੇ ਤਾਂ ਤੁਹਾਨੂੰ ਬਿਡ ਅਰੇਂਜ ਕਰਕੇ ਦੇਣੀ ਆ, ਉਹਨੂੰ ਬਿਡ ਦੇ ਅੱਧੇ ਪੈਸੇ ਲੈਣੇ ਆ, ਆਰਸੀਐਲ ਨੇ ਫੈਸਲਾ ਕਰਨਾ। ਐਡਵੋਕੇਟ ਜਨਰਲ ਦੀ ਮਨਜ਼ੂਰੀ ਲੈ ਜੇ ਕਿਸੇ ਆਈਆਰ ਅਫਸਰ ਜਿਹੜਾ ਇਨਕਮ ਟੈਕਸ ਐਡਵਾਈਜ਼ਰ ਆ ਮਹਿਕਮੇ ਦਾ ਜੀ, ਉਹ ਅਫਸਰ ਕਹਿੰਦੀ ਆ ਵੀ ਤੁਸੀਂ ਏਜੀ ਦੀ ਲਵੋ, ਰਿਪੋਰਟ ਲਵੋ, ਏਜੀ ਦੀ ਓਪੀਨੀਅਨ ਲਵੋ ਵੀ ਇਹ ਹੋ ਸਕਦਾ ਕਿ ਨਹੀਂ ਹੋ ਸਕਦਾ। ਉਹ ਕਹਿੰਦੀ ਆ ਤੁਸੀਂ ਫਾਈਨੈਂਸ ਡਿਪਾਰਟਮੈਂਟ ਦੀ ਲਵੋ, ਕੁਝ ਵੀ ਨਹੀਂ ਲੈਣਾ ਆਪਾਂ ਨੇ। ਪਰ ਚਲੋ ਇੱਕ ਤੁਸੀਂ ਸਰਕਾਰੀ ਤੰਤਰ ਨੂੰ ਵੀ ਥੋੜਾ ਜਿਹਾ ਨਿਸ਼ਾਨੇ ਤੇ ਲਿਆ, ਅਫਸਰਸ਼ਾਹੀ ਨੂੰ, ਕਿ ਉਹ ਆਰਟੀਆਈ ਦੇ ਜਵਾਬ ਨਹੀਂ ਦਿੰਦੇ, ਬੜੇ ਪੇਚੀਦਾ ਉਹਨਾਂ ਨੇ ਕੰਮ ਕੀਤੇ ਹੋਏ ਨੇ, ਪਰ ਥੋੜਾ ਜਿਹਾ ਤਾਂ ਖੈਰ ਇਹ ਤਾਂ ਜੀ ਖੂ ਇੰਡਸਟਰੀ ਡਿਪਾਰਟਮੈਂਟ ਤੇ ਇਸ ਤੁਸੀਂ ਵਿਭਾਗਾਂ ਨੂੰ ਜਾਣਦੇ ਰਹੇ ਹੋ, ਤਾਂ ਤੁਹਾਡੇ ਤੱਕ ਤਾਂ ਕੁਝ ਪਹੁੰਚਦਾ ਕਰਤਾ ਨਾ। ਹਾਂ ਬਿਲਕੁਲ, ਅਗਲਿਆਂ ਨੇ 10% ਤਾਂ ਥੋੜੇ ਜਿਹੇ ਜਿਹੜੇ ਆਲੇ ਦੁਆਲੇ ਘੁੰਮਦੇ ਆ ਉਹ ਸਾਨੂੰ ਦੱਸ ਦਿੰਦੇ ਆ, ਜਿਹੜੇ ਮਲਾਈ ਖਾਂਦੇ, ਇੱਕ ਪਲੱਸ ਪੁਆਇੰਟ ਹੈ, ਜਿਹੜੇ ਮਲਾਈ ਖਾਂਦੇ ਆ ਰਲ ਮਿਲ ਕੇ ਖਾਈ ਜਾਂਦੇ, ਜਿਹੜੇ ਆਲੇ ਦੁਆਲੇ ਦੇ ਸਾਨੂੰ ਦੱਸ ਦਿੰਦੇ ਆ ਵੀ ਆਹ ਮਾਮਲਾ ਗੜਬੜੀ ਹੋ ਰਿਹਾ। ਇਹ ਤਾਂ ਦੇਖੋ ਡੈਮੋਕ੍ਰੈਟਿਕ ਸਿਸਟਮ 'ਚ ਚੱਲਦਾ ਹੀ ਆ, ਜਿਹੜੀ ਪਾਰਟੀ ਸੱਤਾ 'ਚ ਨਹੀਂ ਹੁੰਦੀ ਉਹਨੂੰ ਵੀ ਇਨਫੋਰਮੇਸ਼ਨ ਮਿਲਦੀ ਆ ਨਾ। ਹੁਣ ਤੁਸੀਂ ਇਹ ਸਾਰੀਆਂ ਗੱਲਾਂ ਦੇ ਦੇਸੀ ਆਰਟੀਆਈ ਵੀ ਹੈਗਾ ਸਿਸਟਮ। ਹਾਂਜੀ ਦੇਸੀ ਆਰਟੀਆਈ, ਤੁਸੀਂ ਇਹਨਾਂ ਸਾਰੇ ਤੱਥਾਂ ਦੇ ਵਿੱਚ ਦੱਸੋ, ਤੁਸੀਂ ਜੋ ਹੁਣ ਗੱਲਾਂ ਹੋਈਆਂ 100 ਜਿਹੜਾ 21 ਕਰੋੜ 100 ਜਿਹੜਾ 125 ਕਰੋੜ ਦੀ ਉਹਨਾਂ ਨੇ ਡਾਇਰੈਕਟ ਲਾਸ ਕਿਹਾ, ਮੈਂ ਕਿਹਾ ਬੜੈਚ, ਮੈਡਮ ਬੜੈਚ ਨੇ ਕਿਹਾ ਜਿਹੜਾ ਏਜੀ ਦੀ ਰਿਪੋਰਟ ਲਵੋ ਫਿਰ ਤੁਸੀਂ ਇਹ ਸੇਲ ਕਰੋ। 2 ਦਿਨ ਪਹਿਲਾਂ ਛਪੀ ਵੀ ਆ ਅਖਬਾਰ 'ਚ, ਉਹਦੇ ਬੇਸ ਤੇ ਬਾਕੀ ਪਾਰਟੀਆਂ ਆਈਆਂ ਬਾਹਰ, ਅਸੀਂ ਉਹ ਤੋਂ ਪਹਿਲਾਂ ਹੀ ਸਾਰੀ ਸਟੋਰੀ ਦੇ ਦਿੱਤੀ ਆ। ਔਰ ਉਸ ਏਜੀ ਦੀ ਰਿਪੋਰਟ ਨੇ ਸਾਡੀ ਜੋ ਅਸੀਂ ਕਿਹਾ ਸੀ ਉੱਤੇ ਮੋਹਰ ਲਾਤੀ ਆ। ਹੁਣ ਮੈਂ ਦੂਜਾ ਸਕੈਂਡਲ ਕੱਢਿਆ ਨਾ, ਉਹ ਵੀ ਸੀਬੀਆਈ ਕੋਲ ਜਾਵੇ ਜਾਂ ਕਿਸੇ ਕੋਲ ਜਾਵੇ ਅਥਾਰਟੀ ਕੋਲ, ਉਹ ਵੀ ਦੱਸ ਦੇਣਗੇ। ਜਿਹੜਾ ਫਿਲਿਪਸ ਲਾਈਟਸ ਵਾਲਾ ਹੈ, ਜਿਹੜਾ ਹਾਂ ਆਨੰਦ ਲੈਂਪ ਵਾਲਾ, ਫਿਲਿਪਸ ਲਾਈਟ ਵਾਲਾ, ਹਾਂ ਉਹਦੇ 'ਚ ਵੀ ਇਹੀ ਕੁਛ ਆ। ਉਹਦੇ ਬਾਰੇ ਵੈਸੇ ਜਵਾਬ ਨਹੀਂ। ਪਹਿਲਾਂ ਤੁਸੀਂ ਦੱਸੋ, ਹੁਣ ਤੁਸੀਂ ਅਰੋੜਾ ਸਾਹਿਬ ਦੀ ਇਹ ਗੱਲ ਕਰਦੇ ਆ, ਹੁਣ ਤੁਸੀਂ ਮੇਰੀ ਗੱਲ ਮੰਨਦੇ ਕਿ ਉਹਨਾਂ ਦੀ ਗੱਲ ਜੀ? ਅਰੋੜਾ ਸਾਹਿਬ ਬੋਲਦੇ ਨਹੀਂ, ਇਸ ਕਰਕੇ ਮੈਨੂੰ ਤਾਂ ਉਹਨਾਂ ਦਾ ਗਵਾਹ ਬਣਨਾ ਪੈ ਰਿਹਾ। ਤੁਸੀਂ ਦੱਸੋ, ਉਹਨਾਂ ਦੇ ਪ੍ਰੈਸ ਨੋਟ, ਉਹਨਾਂ ਦਾ ਵਕੀਲ ਬਣਨਾ ਪੈ ਰਿਹਾ, ਮਾਫ ਕਰੋ। ਨੋਟ 'ਚ ਹੈ ਕੀ ਆ, ਇਹ ਸਮਝਾਓ ਜੀ। ਨਹੀਂ ਨਾ ਕੁਝ ਵੀ ਤੁਹਾਡੇ ਤੱਥਾਂ ਦੇ ਸਾਹਮਣੇ ਤਾਂ ਇੱਥੇ ਜਵਾਬ ਨਹੀਂ ਉਹਨਾਂ ਦਾ। ਤੁਸੀਂ ਮੇਰੇ ਵੀ ਤੱਥ ਛੱਡੋ। ਮੈਡਮ ਬਰੈਚ ਦੀ ਲੈਟਰ ਜਿਹਦੇ 'ਚ ਉਹਨੇ ਕਿਹਾ ਏਜੀ ਦੀ ਰਿਪੋਰਟ ਕਰਾਓ, ਇਹਨਾਂ ਨੇ ਨਹੀਂ ਕਰਾਈ। ਔਰ ਉਹਦੇ ਬਾਅਦ ਏਜੀ ਦੀ ਰਿਪੋਰਟ ਕਿਉਂ ਨਹੀਂ ਕਰਾਈ? ਉਹ ਏਜੀ ਦੀ ਰਿਪੋਰਟ ਜਦੋਂ ਸੀਐਮ ਨੇ ਕਰਵਾ ਲਈ ਤਾਂ ਆਪਣੇ ਆਪ ਸਭ ਕੁਝ ਕਲੀਅਰ ਹੋ ਜਾਂਦਾ ਕਿ ਇਹ ਮੰਤਰੀ ਸਾਹਿਬ ਨੇ ਕੀ ਕੋਈ ਘਪਲਾ ਕੀਤਾ ਔਰ 400 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਤਾ ਇਨਡਾਇਰੈਕਟ। ਜੇ ਸਾਰੇ ਅਸੀਂ ਮੇਰਾ ਕੁਐਸਚਨ ਅਗਲਾ ਇਹ ਆ, PSIC ਜ਼ਮੀਨਾਂ ਖਰੀਦ ਕੇ ਪਲਾਟ ਕੱਟ ਕੇ ਦਿੰਦੀ ਆ, ਉਹਨਾਂ ਨੂੰ ਕੀ ਲੋੜ ਆ? ਜੇ ਪਲਾਟ ਰਿਜ਼ਿਊਮ ਹੋ ਗਿਆ ਇਨਫੋਟੈਕ ਦਾ, ਉਹ ਆਪ ਲੈਂਦੇ, PSIC ਆਪ ਲੈਂਦੀ ਉਹ ਪਲਾਟ, ਆਪ ਉਹਦੀ ਪਲਾਟਿੰਗ ਕਰਦੀ, ਕੁਛ ਕਰਦੀ, ਉਹਦੀ ਬੋਲੀ ਕਰਦੀ, PSIC ਉਹ ਕਰਦੀ। ਉਹਨਾਂ ਨੇ ਅੱਗੇ ਏਅਰਸੈਲ ਨੂੰ ਲੈ, ਉਹਦੇ ਅੱਗੇ ਬੋਲੀ ਦੇ ਉਹ 'ਚ GRG ਆ ਜਾਵੇ। ਇਹ ਕੀ ਮਜ਼ਾਕ ਹੈਗਾ? ਆਪਣੇ ਬੰਦੇ ਖੜੇ ਕਰ ਲਓ, ਉਹ ਵੀ ਕੋਲੋਨਾਈਜ਼ਰ, ਇਹ ਵੀ ਕੋਲੋਨਾਈਜ਼ਰ। ਦੇਖੋ PSIC ਜਿਹੜਾ ਪੰਜਾਬ GRG ਵੀ ਕੋਲੋਨਾਈਜ਼ਰ, ਮੰਤਰੀ ਸਾਹਿਬ ਵੀ ਕੋਲੋਨਾਈਜ਼ਰ। PSIC ਜਿਹੜਾ ਬਣਾਇਆ ਗਿਆ ਸੀ, ਜੋ ਜਿੰਨੀ ਕੁ ਆਪਾਂ ਨੂੰ ਸਮਝ ਆਉਂਦੀ ਹੈ, ਜਿਹੜਾ ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਹੈ ਇੱਥੇ ਐਕਸਪੋਰਟ PSIEC, ਪੰਜਾਬ ਸਟੇਟ ਇੰਡਸਟਰੀਅਲ ਐਕਸਪੋਰਟ ਕਾਰਪੋਰੇਸ਼ਨ, ਉਹਨੂੰ ਨੋਡਲ ਏਜੰਸੀ ਬਣਾਤਾ। ਉਹ ਨਹੀਂ, ਇਸ ਤਰ੍ਹਾਂ ਹੀ PSIDB ਸੀਗਾ, ਜਿਨ੍ਹਾਂ ਨੇ ਅੱਗੇ ਫੋਕਲ ਪੁਆਇੰਟ ਕੱਟੇ ਸੀ। ਇੱਕ PSIDC ਹੈਗਾ, ਜਿਹੜਾ ਦੂਜਾ ਕੇਸ ਹੈ ਉਹ PSIDC ਦੀ। ਹਾਂ ਨਹੀਂ, ਪਰ ਗੱਲ ਇਹ ਉਹ ਜਿਹੜੇ ਇਹ ਬੋਰਡ ਆ, ਇਹ ਡਿਵੈਲਪਮੈਂਟ ਕਾਰਪੋਰੇਸ਼ਨ ਬਣਾਉਣ ਦਾ, ਇਹ ਨਿਗਮ ਬਣਾਉਣ ਦਾ ਮਕਸਦ ਇਹ ਸੀਗਾ ਕਿ ਇਹਨਾਂ ਨੇ ਪਲਾਟਿੰਗ ਕਰਨੀ ਹੈ, ਸਰਕਾਰ ਦੇ ਨਿਯਮਾਂ ਦੀ ਪੂਰਤੀ ਕਰਦੇ ਹੋਏ। ਕਿ ਹੁਣ GRG ਆ ਜਾਂਦੀਆਂ ਨੇ, ਗੁਲਮੋਹਰ ਟਾਊਨਸ਼ਿਪ ਵਿੱਚ ਆ ਜਾਂਦੀ ਹੈ। ਹਾਂਜੀ, ਇਹਦੇ 'ਚ ਇੱਕ ਹੋਰ ਵੱਡਾ ਪੇਚ ਆ ਨਾ ਜੀ, ਕਲੋਨੀਆਂ ਕੱਟਣ ਵਾਲੇ ਹੁਣ ਜਿਹੜੇ ਇਹਦੇ ਵਿੱਚ ਬਹੁਤ ਵੱਡਾ ਪੇਚ ਇਹ ਆ ਕਿ ਇਹਨਾਂ ਦੀ ਜਿਹੜੀ ਬਾਈਫਰਕੇਸ਼ਨ ਆ ਨਾ, ਉਹ ਵੀ ਕਨਵੀਨੀਐਂਟਲੀ ਪਾਲਿਸੀ ਬਦਲਦੇ ਰਹਿੰਦੇ ਆ। ਇਹ ਜਦ ਇੰਡਸਟਰੀਅਲ ਪਾਲਿਸੀ ਬਣ ਗਈ ਇੱਕ ਵਾਰੀ, ਉਹ CM ਲੈਵਲ ਤੋਂ ਜਾਂ ਕੈਬਨਿਟ ਲੈਵਲ ਤੋਂ, ਉਹਦੇ 'ਚ ਜਿਹੜੀ ਵੀ ਅੱਗੇ ਚੇਂਜ ਹੋਣੀ ਹੁੰਦੀ ਆ ਤਾਂ ਉੱਥੋਂ ਅਪਰੂਵ ਨਹੀਂ ਕਰਾਉਂਦੇ। ਪਰ ਇਹ ਮੁੱਖ ਮੰਤਰੀ ਤੋਂ ਅਪਰੂਵਲ ਨਹੀਂ ਲਈ ਗਈ ਇਸ 'ਚ। ਨਹੀਂ ਅੱਗੇ ਆਪਣੀ ਮਰਜ਼ੀ ਨਾਲ ਪਲਾਟ ਕੱਟੀ ਜਾਓ, ਹਰ ਚੀਜ਼ ਦਾ ਉਹਨਾਂ ਦੇ ਸੀਵਰੇਜ ਪਿਆ, ਪਾਣੀ ਪਿਆ, ਬਿਜਲੀ ਦੀਆਂ ਤਾਰਾਂ, ਉਹਨਾਂ ਦਾ ਇੱਕ ਕਪੈਸਿਟੀ ਆ, ਕਿੰਨਿਆਂ ਨੂੰ ਫੀਡ ਕਰਨਾ, ਕਿੰਨੇ ਕਿਲੋਵਾਟ ਨੂੰ, ਕਿੰਨੇ ਪਾਣੀ। ਹੁਣ ਤੁਸੀਂ ਉਹ 'ਚ 100 ਪਲਾਟ 125 ਪਲਾਟ ਕੱਟਦੇ ਹੋ, 100 ਪਲਾਟ ਕੱਟਦੇ ਹੋ। ਉਹ ਜੀ ਇਹ ਵੀ ਇੱਕ ਇੰਟਰਸਟਿੰਗ ਹੈ ਜੀ ਕਿ ਫਿਲਿਪਸ ਜਿਹੜੀ ਆਨੰਦ ਲੈਂਪਸ ਹੈ, 9 ਫੇਸ ਇੰਡਸਟਰੀ ਏਰੀਆ, ਜਿਹੜਾ ਕਿ ਜਦੋਂ ਆਪਾਂ ਟ੍ਰਿਬਿਊਨ ਚੌਕ ਤੋਂ 에ਅਰਪੋਰਟ ਵੱਲ ਜਾਈਏ ਤਾਂ ਬੈਸਟੈਕ ਮਾਲ ਜਿਹੜਾ ਆਉਂਦਾ, ਉਹਦੇ ਸਾਹਮਣੇ ਜਿਹੜਾ ਇੰਡਸਟਰੀ ਏਰੀਆ, ਲਗਭਗ ਕਹਿਣ ਦਾ ਮਤਲਬ ਕਿ ਜਿਸ ਤਰ੍ਹਾਂ ਦੀ ਐਲਾਂਟੇ ਮਾਲ ਦੀ ਲੋਕੇਸ਼ਨ ਹੈ, ਆਲਮੋਸਟ ਇਸ ਤਰ੍ਹਾਂ ਦੀ ਹੀ ਲੋਕੇਸ਼ਨ ਉਸ 27 ਏਕੜ ਦੇ ਪਲਾਟ ਦੀ ਹੈ, ਜਿਹੜੀ ਫਿਲਿਪਸ ਦਾ ਪਲਾਟ ਹੈ, ਇੰਨੀ ਪ੍ਰਾਈਮ ਹੈ। ਤੇ ਉਸ ਨੂੰ 27 ਏਕੜ ਤੋਂ ਕਰ ਦਿੱਤਾ ਪਹਿਲਾਂ 12, 2-2 ਏਕੜ ਦੇ 24 ਪਲਾਟ ਕਰ ਦਿੱਤੇ, 3 ਏਕੜ ਦੀਆਂ ਪਾਰਕਾਂ ਤੇ ਹੋਰ ਫੈਸਿਲਿਟੀ ਡਿਵੈਲਪ ਕਰਨ ਵਾਸਤੇ ਕਰ ਦਿੱਤਾ। ਫਿਰ ਪਿੱਛੇ ਪੰਜਾ ਕਿਵੇਂ ਲੱਗ ਜਾਂਦਾ? 125 ਪਲਾਟ ਕਿਵੇਂ ਬਣ ਜਾਂਦੇ ਨੇ? ਇਹ ਤਾਂ ਕੋਈ ਇਨਵੈਸਟੀਗੇਟਿੰਗ ਏਜੰਸੀ ਦੱਸ ਸਕਦੀ ਆ। ਪ੍ਰੋਸੀਡਿੰਗ ਸ਼ੀਟ ਦੇ ਸਫੇ ਬਦਲ ਹੋ ਜਾਣ, ਤੁਸੀਂ ਪਤਾ ਕਰੋ,
ਕੱਲੇ ਜਿਨ੍ਹਾਂ ਦੇ ਸਾਈਨ ਆ ਵੀ ਤੁਸੀਂ 12 ਨੂੰ 12 ਪਾਸ ਕੀਤੇ ਕਿ 125 ਪਾਸ ਕੀਤੇ, 125 ਪਾਸ। ਅੱਜ ਤੱਕ ਪ੍ਰੈਸੀਡੈਂਟ ਹੀ ਕੋਈ ਨਹੀਂ ਇੰਡਸਟਰੀ ਡਿਪਾਰਟਮੈਂਟ 'ਚ। 27 ਏਕੜ ਦੇ ਪਲਾਟ ਦਾ 12 ਕਰਕੇ 12 ਤੋਂ 125 ਕਰਦੇ। ਬਾਈਫਰਕੇਸ਼ਨ ਜਿਹੜੀ ਆ 6-7 ਤੋਂ ਵੱਧ ਦੀ ਕਦੀ ਹੋਈ ਹੀ ਨਹੀਂ, ਨਾ ਕਦੀ ਕੋਈ ਸੋਚ ਸਕਦਾ। ਇਹ ਤਾਂ ਸ਼ਹਿਰ ਵਸਾਉਣ ਵਾਲਾ, ਪਿੰਡ ਵਸਾਉਣ ਵਾਲਾ ਕੰਮ ਹੋ ਗਿਆ। ਤਾਂ ਉਹਦੀਆਂ ਜਿਹੜੀਆਂ ਬੇਸਿਕ ਐਮਿਨਿਟੀਜ਼ ਆ ਉਹ ਕਦੀ ਉਹਨੂੰ ਬੇਅਰ ਕਰਨਗੀਆਂ? ਕਦੀ ਵੀ ਨਹੀਂ ਕਰ ਸਕਦੀਆਂ ਉਹਨਾਂ ਨੂੰ ਬੇਅਰ। ਜਿਹੜੀਆਂ ਜੇ 125 ਇੰਡਸਟਰੀਆਂ ਉੱਥੇ ਲੱਗ ਜਾਂਦੀਆਂ, ਟਿਊਬਵੈੱਲ ਲੱਗ ਜਾਂਦੇ, ਉਹਦਾ ਤਾਂ ਨਾ ਸੀਵਰੇਜ ਸਿਸਟਮ ਅਲਾਉ ਕਰੂਗਾ। ਔਰ ਇਹਨਾਂ ਨੇ ਮੰਤਰੀ ਜੀ ਨੇ ਆਰਡਰ ਕੀਤਾ ਵੀ ਪੂਡਾ ਤੋਂ ਤੇ ਐਮਸੀ ਤੋਂ ਨਾ ਕਰਵਾ ਕੇ PSIC ਇਹਨਾਂ ਨੂੰ ਕਰ ਦੇਵੇ, ਮਨਜ਼ੂਰੀਆਂ ਦੇ ਦੇਵੇ। ਉਹ ਕਿੱਦਾਂ ਹੋ ਗਿਆ? ਦੇਖੋ ਫਿਲਿਪਸ ਵਾਲਿਆਂ ਨੇ ਮਨਜ਼ੂਰੀ ਲਈ ਆ, ਜਿਹੜੇ ਆਨੰਦ ਵਾਲੇ। ਇਹਦੀ ਪਿਛੋਕੜ ਮਰਜੀ ਦੱਸੋ। ਇਹਦੀ ਪਿਛੋਕੜ ਇਹ ਆ, ਇਹ ਪਲਾਟ ਨੰਬਰ 1 ਆ ਫੇਸ 9 ਮੋਹਾਲੀ ਦੇ ਵਿੱਚ, ਇੰਡਸਟਰੀਅਲ ਏਰੀਆ ਫੇਸ 9, ਕਿਉਂਕਿ 2 ਫੇਸ ਨੇ। ਜਿਵੇਂ JCT ਫੇਸ 8 ਇੰਡਸਟਰੀਅਲ ਏਰੀਆ ਹੈ, 8 ਫੇਸ ਇੱਕ ਹੋਰ ਵੀ ਹੈ ਜਿਹਦੇ ਚ ਫੋਰਟਿਸ ਬੱਸ ਸਟੈਂਡ ਤੇ ਗੁਰਦੁਆਰਾ ਅੰਬ ਸਾਹਿਬ ਨੇ। ਇਸੇ ਤਰ੍ਹਾਂ 9 ਫੇਸ ਜਿੱਥੇ ਕ੍ਰਿਕਟ ਸਟੇਡੀਅਮ ਹੈ ਔਰ ਹੈਸ਼ੀ 9 ਫੇਸ ਹੈ, ਤੇ ਇਹ ਇੰਡਸਟਰੀਅਲ ਏਰੀਆ 9 ਫੇਸ ਹੈ ਜਿਹੜਾ 에어ਪੋਰਟ ਰੋਡ ਦੇ ਉੱਤੇ। 27 ਏਕੜ ਦਾ ਪਲਾਟ ਇਹਨਾਂ ਨੂੰ ਮਿਲਿਆ ਸੀ। ਇਹਨਾਂ ਨੂੰ 27 ਏਕੜ ਦਾ ਪਲਾਟ PSIDC ਨੇ ਦਿੱਤਾ ਸੀ, ਡਿਵੈਲਪਮੈਂਟ ਕਾਰਪੋਰੇਸ਼ਨ ਨੇ 83-84 ਦੇ ਵਿੱਚ। ਫਿਲਿਪਸ ਬੱਲਬਸ ਪੰਜਾਬ ਆਨੰਦ ਕੰਪਨੀ ਜਿਹੜੀ ਹੈਗੀ ਆ, ਫਰੀ ਹੋਲਡ ਰਜਿਸਟਰੀ ਕੀਤੀ ਸੀਗੀ ਇਹਨਾਂ ਨੂੰ, ਤੇ ਉਸ ਮੁਫਤ ਦੇ ਭਾਅ ਹੁੰਦੀ ਆ 12/5/87 ਨੂੰ। ਤੇ ਉਹਦੇ ਬਾਅਦ ਇਹ ਯੂਨਿਟ, ਇਹਦੇ ਵਿੱਚ ਹੋਰ ਬੜੀ ਵੱਡੀ ਇੱਕ ਗੱਲ ਆ, ਇਹ ਸਾਰੇ ਦੇ ਪਿੱਛੇ ਇੱਕ ਲੇਬਰ ਨੂੰ ਲੇਬਰ ਯੂਨੀਅਨ ਨੂੰ, ਲੇਬਰ ਨੂੰ ਸੁਪਰੈਸ ਕਰਨੇ ਦਾ ਬਹੁਤ ਵੱਡਾ ਮਾਮਲਾ ਹੈ। ਮੈਨੂੰ ਲੇਬਰ ਯੂਨੀਅਨਾਂ ਵੀ ਮਿਲੀਆਂ, ਉਹਨਾਂ ਦੇ ਇੱਥੇ EMPLOYEES ਸੀਗੇ, ਇਹਨਾਂ ਦੇ ਮਜ਼ਦੂਰਾਂ ਦੇ ਸ਼ੋਸ਼ਣ ਦਾ ਵੀ ਇਹਦੇ ਵਿੱਚ ਬਦਬੂ ਆ ਰਹੀ ਹੈ। ਮਿਲੀ ਭਗਤਾ ਜੀ ਪੂਰੀ। ਉਹ ਮਜ਼ਦੂਰਾਂ ਦਾ ਜਿਹੜਾ ਰਸਤਾ, ਮਤਲਬ ਮਜ਼ਦੂਰਾਂ ਦੀ ਦਰਿਓ ਹੀ ਚੱਕ ਦਿੱਤੀ। ਉਹਨਾਂ ਦੇ ਬੜੇ ਕੇਸ ਚੱਲਦੇ ਆ, ਸੁਪਰੀਮ ਕੋਰਟ ਤੱਕ ਗਏ, ਹੋਰ ਗਏ। ਦੇ ਮਜ਼ਦੂਰਾਂ ਦੇ ਕੇਸ ਚੱਲਦੇ, ਉਹਨਾਂ ਤੋਂ ਜ਼ਬਰਦਸਤੀ ਸਾਈਨ ਕਰਾ ਲਏ ਧੱਕੇ ਨਾਲ ਵੀ ਤੁਸੀਂ, ਨਹੀਂ ਤਾਂ ਉਹਨਾਂ ਨੂੰ ਪਨਿਸ਼ਮੈਂਟਾਂ ਦੇਣੀਆਂ ਸ਼ੁਰੂ ਕਰਤੀਆਂ, ਪਰਚੇ ਦੇਣੇ ਸ਼ੁਰੂ ਕਰਤੇ ਵੀ ਤੁਸੀਂ ਛੱਡਿਆ, ਇੰਨੇ ਪੈਸੇ ਲੈ ਛੱਡਿਆ। ਪਰ ਉਹ ਹਾਲੇ ਵੀ ਉਹ ਯੂਨੀਅਨ ਕਾਇਮ ਆ, ਉਹ ਕਹਿੰਦੇ ਸਾਤੋਂ ਧੱਕੇ ਨਾ ਕਰਾ ਲਿਆ। ਔਰ ਉਹਨਾਂ ਦਾ ਵੀ ਇੱਕ ਬੜਾ ਵੱਡਾ ਇੱਕ ਇਸ਼ੂ ਆ ਕਿ ਫਿਲਿਪਸ ਜਿਹੜੀ ਵਿਕ ਜਵੇ ਔਰ ਇਹ ਟਕੇ ਦੇ ਉੱਥੇ ਪਲਾਟ ਕੱਟੇ ਜਾਣ, ਤੇ ਨਾ ਰਵੇ ਬਾਂਸ, ਨਾ ਰਵੇ ਬੰਸਰੀ। ਉਹਨਾਂ ਦੀ ਪਲਾਈਟ ਹੈਗੀ ਆ, ਮਜ਼ਦੂਰਾਂ ਦੀ ਪਲਾਈਟ ਹੈਗੀ ਆ, ਠੀਕ ਹੈ ਨਾ। ਦੂਸਰੀ ਗੱਲ ਇਹ ਆ ਭਈ ਇੱਕ ਤੀਰ ਨਾਲ 2 ਨਿਸ਼ਾਨੇ। ਉਧਰੋਂ ਫਿਲਿਪਸ ਨੂੰ ਖੁਸ਼ ਕਰ ਲਿਆ, ਮਜ਼ਦੂਰਾਂ ਤੋਂ ਪਿੱਛਾ ਛੁਡਾਤਾ। ਉਧਰੋਂ ਕਪਲੇਬਾਜੀ ਟੌਪ ਦੀ ਹੋ ਗਈ 3 ਬੰਦਿਆਂ ਦੀ ਰਲ ਕੇ, ਜਿਹੜੀ ਫਿਲਿਪਸ ਕੰਪਨੀ। ਫਿਲਿਪਸ ਦੀ ਬਿਡ ਕਿੰਨੇ ਦੀ ਹੋਈ ਹੈ ਤੁਹਾਡੀ ਜਾਣਕਾਰੀ? ਇਹ ਫਿਲਿਪਸ ਦੀ ਬਿਡ ਹੋਈ ਆ ਜੀ 121 ਕਰੋੜ ਦੀ। 121 ਕਰੋੜ ਦੀ 27 ਕਿੱਲਿਆਂ ਦੀ। ਹਾਂ 27 ਕਿੱਲਿਆਂ ਦੀ। 27 ਕਿੱਲਿਆਂ ਦੀ ਬਿਡ ਨਹੀਂ ਹੋਈ, 120 ਕਰੋੜ ਦੀ ਸੇਲ ਡੀਡ ਹੋਈ ਹੈਗੀ ਆ। ਗੁਲਮੋਹਰ ਯਾਨੀ ਕਿ ਆਲਮੋਸਟ 4 ਕਰੋੜ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਤੁਸੀਂ ਮੋਹਾਲੀ ਦੇ ਪ੍ਰਾਈਮ ਲੈਂਡ ਲੈ ਲਈ। ਗੁਲਮੋਹਰ ਘੱਟੋ ਘੱਟ 50 ਕਰੋੜ ਦਾ ਏਕੜ ਹੈ। ਬਿਲਕੁਲ। ਗੁਲਮੋਹਰ ਟਾਊਨਸ਼ਿਪ ਵਾਲਿਆਂ ਨੇ, ਜਿਹੜੇ ਕਿ ਬਹੁਤ ਨਜ਼ਦੀਕੀ ਆ ਮੰਤਰੀ ਸਾਹਿਬ ਦੇ, ਔਰ ਹੋਰ ਵੀ ਬੜੇ ਰੌਲੇ ਹੈਗੇ ਆ ਵੀ ਇਹਨਾਂ ਦੇ ਹਿੱਸੇ ਕਿਸ ਤਰ੍ਹਾਂ ਹੈਗੇ ਆ। ਉਹ ਤਾਂ ਸਿਰਫ ED ਜਾਂ CBI ਦੱਸ ਦਊਗੀ ਤੁਹਾਨੂੰ। ਇੱਕ ਵਾਰੀ 2-3 ਕੰਪਨੀਆਂ ਦੇ ਅਕਾਊਂਟਸ, ਸਾਰੇ ਉਹਨਾਂ ਦੇ ਐਸੈਟਸ ਅਕਾਊਂਟਸ ਲਿਆਉਣ ਤਾਂ ਸਾਰਾ, ਜਿੱਦਾਂ ਕਹਿੰਦੇ ਨਾ ਆਲ ਸਟਰੀਟਸ ਗੋ ਟੂ 10 ਡਾਊਨਿੰਗ ਸਟਰੀਟ, ਸਾਰਾ ਮੰਤਰੀ ਜੀ ਦੇ ਘਰੇ ਜਾ ਵੜਨਾ, ਉੱਥੋਂ ਹੀ ਪੈਸਾ ਆਉਂਦਾ ਤੇ ਉੱਥੋਂ ਹੀ ਜਾਂਦਾ। ਜੇ ਉਹਨਾਂ ਏਜੰਸੀਆਂ ਕੋਲ ਜਾਏਗੀ ਨਹੀਂ, ਪਰ ਹੈਰਾਨੀ ਦੀ ਗੱਲ ਇੱਕ ਤੱਥ ਹੈ ਕਿ ਇਹਦੇ ਨਾਲ ਹੀ ਅੱਗੇ ਆਪਾਂ ਮੁੜਦੇ ਆ 에어ਪੋਰਟ ਰੋਡ ਵੱਲ ਜਦੋਂ, ਤਾਂ ਉੱਥੇ JLPL ਹੈ, ਜੋ ਕਿ ਸਰ ਕੁਲਵੰਤ ਸਿੰਘ ਸਾਬਕਾ ਮੇਅਰ ਰਹੇ ਨੇ, ਉਹਨਾਂ ਦੀ ਨਿੱਜੀ ਫਰਮ ਹੈ। ਉਹਨਾਂ ਨੇ ਇੰਡਸਟਰੀਅਲ ਜਿਹੜੀ ਹੈਗੀ ਆ ਵੱਡੀ ਸਾਰੀ ਪਲਾਟਿੰਗ ਕੀਤੀ ਹੋਈ ਹੈ। ਮੈਂ ਜੇ ਗਲਤ ਨਾ ਹੋਵਾਂ, ਸਾਡੇ ਕੁਝ ਮੀਡੀਆ ਦੇ ਅਦਾਰੇ ਵੀ ਉੱਥੇ ਨੇ ਇਸ ਵਕਤ ਬੈਠੇ ਨੇ, ਤਾਂ ਮੈਂ ਜੇ ਗਲਤ ਨਾ ਹੋਵਾਂ ਤਾਂ ਉੱਥੇ ਮੇਰੇ ਖਿਆਲ 5 ਕਰੋੜ ਦਾ ਤਾਂ 2 ਕਨਾਲ ਦਾ ਪਲਾਟ ਮਸਾ ਹੈ। ਹਾਂਜੀ, ਤੇ ਇੱਥੇ 4 ਕਰੋੜ ਨੂੰ ਕਿੱਲਾ ਦੇਤਾ। ਤੁਹਾਡੇ ਸਾਹਮਣੇ ਹੀ ਆ ਜੀ, ਕੋਈ ਪੁਰਾਣੀ ਗੱਲ ਨਹੀਂ ਹੈ, ਇਹ ਉਸ ਤੋਂ ਪ੍ਰੋਮੀਨੈਂਟ ਹੈ। ਪੁਰਾਣੀ ਗੱਲ ਨਹੀਂ ਆ, 22 ਫਰਵਰੀ ਦੀ ਗੱਲ ਆ ਜੀ। 22 ਫਰਵਰੀ, ਹਾਲੇ 7ਵਾਂ ਮਹੀਨਾ ਜਾਂਦਾ, 22 ਫਰਵਰੀ ਦੀ ਗੱਲ ਆ। ਔਰ ਉਹ ਰਜਿਸਟਰੀ ਨੂੰ ਅਪੋਜ਼ ਕੀਤਾ ਯੂਨੀਅਨ ਨੇ, DC ਕੋਲ ਰਿਪਰੈਜ਼ੈਂਟੇਸ਼ਨ ਦਿੱਤੀ। DC ਕਹੂਗੇ, ਕਹਿੰਦੇ ਨਹੀਂ ਹੋਊਗੀ, ਸ਼ਾਮ ਨੂੰ 5 ਵਜੇ ਤੋਂ ਬਾਅਦ ਰਜਿਸਟਰੀ ਹੋਈ ਆ। ਮੇਰੇ ਕੋਲ ਯੂਨੀਅਨ ਹੁਣੇ ਬੈਠੀਆਂ ਗਈਆਂ, ਉਹ ਰੋਂਦੀਆਂ ਚੀਕਦੀਆਂ ਵੀ ਸਾਡਾ ਤਾਂ ਤੁਸੀਂ ਥੱਲਿਓਂ ਖਿੱਚ ਲਿਆ ਸਭ ਕੁਝ, ਅਸੀਂ ਕਾਹਦੀ ਲੜਾਈ ਲੜਨੀ ਹੁਣ। ਉਹ ਢਾਟੂ ਦਿੱਤਾ ਸਭ ਕੁਝ। ਅੱਛਾ, ਔਰ ਵੇਚ-ਵੂਚ ਵੀ ਦਿੱਤਾ। ਤੁਸੀਂ ਇਹ ਹੈਰਾਨਗੀ ਆ, 125 ਪਲਾਟ। ਇਹ ਗੁਲਮੋਹਰ ਟਾਊਨਸ਼ਿਪ ਨੇ ਕੀਤਾ ਫਿਰ ਪ੍ਰੋਜੈਕਟ ਸਾਰਾ। ਹਾਂ, 125 ਪਲਾਟ ਉਹਨਾਂ ਨੇ 120 ਕਰੋੜ ਦਾ ਖਰੀਦਿਆ। ਤੁਸੀਂ ਦੇਖੋ ਜੀ, ਉਹਨਾਂ ਨੇ ਵੀ ਐਂਪਲੀਟ ਕਰਿਆ ਕੋਈ ਰੇਟ ਦਾ। ਪਹਿਲਾਂ PSIDC ਤੋਂ DC ਤੋਂ NOC ਲਈ ਫਿਲਿਪਸ ਨੇ ਵੀ ਅਸੀਂ ਵੇਚਣਾ ਚਾਹੁੰਦੇ ਆ। ਉਹਨਾਂ ਨੇ ਜਿਹੜੀ NOC ਦਿੱਤੀ ਆ, ਉਹ ਦਿੱਤੀ ਆ 15 ਨੂੰ, 12 3 ਨੂੰ ਅਪਰੂਵ ਹੋਈ ਆ, 15 ਮਾਰਚ ਨੂੰ। ਵੇਚਣ ਚ ਕਿਤੇ ਹੈ ਕਿ ਇਹਦੇ 125 ਜਾਂ 12 ਪਲਾਟ ਕਰਨੇ ਨੇ? ਨਹੀਂ ਹੈਗੀ। ਮੈਂ ਇਹੀ ਦੱਸਣ ਲੱਗਾ। ਰੂਲ ਕੀ ਕਹਿੰਦਾ, ਨਿਯਮ ਕੀ ਕਹਿੰਦਾ? ਮੈਂ ਇਹੀ ਦੱਸਣ ਲੱਗਾ। ਨਿਯਮ ਕਹਿੰਦਾ ਬਾਈਫਰਕੇਸ਼ਨ ਪਾਲਿਸੀ ਹੈਗੀ ਆ, ਬਣੀ ਵੀ ਹੈਗੀ ਆ। ਉਹ ਕਹਿੰਦਾ ਆ
ਚਾਰ ਤਕਸੀਮ ਕਰਨ ਦੀ ਪਾਲਿਸੀ ਚਾਰ ਕੰਡੀਸ਼ਨਾਂ ਜੀ ਮੈਂ ਇੰਡਸਟਰੀਅਲ ਪਲਾਟ ਲੈ ਲਿਆ, ਮੁਫਤ ਭਾਅ ਮਿਲਦਾ ਆ ਜੀ ਚਾਰ ਕੰਡੀਸ਼ਨਾਂ ਤੇ ਉਹਦੇ ਟੁਕੜੇ ਹੋ ਸਕਦੇ ਆ। ਜੀ। ਪਹਿਲੀ ਕੰਡੀਸ਼ਨ ਤਾਂ ਬੰਦਾ ਮਰ ਜਵੇ, ਚਾਰ ਮੁੰਡੇ ਆ ਚਾਰਾਂ ਨੂੰ ਵੰਡ ਦਿਓ। ਠੀਕ ਹੈ। ਦੂਸਰੀ ਕੰਡੀਸ਼ਨ ਇਹ ਆ ਕਿ ਪਰਿਵਾਰਾਂ ਦੀ ਵੰਡ ਹੁੰਦੀ ਪਾਰਟਨਰਾਂ 'ਚ ਪਰ ਝਗੜਾ ਪੈ ਜਵੇ, ਪਾਰਟਨਰਾਂ 'ਚ ਠੀਕ ਹੈ ਇਕੱਲੇ ਇਕੱਲੇ ਕਰ ਦਿਓ। ਤੀਸਰੀ ਹੈਗੀ ਆ ਯੂਨਿਟ ਸਿੱਕ ਹੋ ਜਵੇ, ਠੀਕ ਆ ਨਾ। ਦੇਣਦਾਰੀਆਂ ਚੜ ਗਈਆਂ ਜੀ, ਦਿਵਾਲੀਆ ਹੋ ਗਿਆ। ਫਿਲਿਪਸ ਸਿੱਕ ਨਹੀਂ ਹੋਇਆ ਜੀ, ਫਿਲਿਪ ਸਿੱਕ ਨਹੀਂ ਹੋਇਆ, ਸਿੱਕ ਨਹੀਂ ਹੋਇਆ। ਇਹ ਯੂਨਿਟ ਸਿੱਕ ਹੋਇਆ ਹੋ ਸਕਦਾ ਕਾਗਜ਼ਾਂ 'ਚ। ਇਹ ਯੂਨਿਟ ਉਹਨਾਂ ਨੇ ਜਾਣ ਕੇ ਸ਼ਟ ਡਾਊਨ ਕੀਤਾ, ਲੇਬਰ ਤੋਂ ਪਿੱਛਾ ਛਡਾਣ ਲਈ। ਕਾਗਜ਼ਾਂ 'ਚ ਸਿੱਕ ਕੀਤਾ ਹਾਂ, ਕਾਗਜ਼ਾਂ ਸਿੱਕ ਨਹੀਂ, ਲੇ ਡਾਊਨ ਕਰਤਾ, ਸ਼ਟ ਕਰਤਾ ਕਿਉਂਕਿ ਕੇਸ ਇੰਨੇ ਹੋ ਗਏ ਸੀ ਲੇਬਰ ਦੇ। ਹਾਂਜੀ। ਤੀਸਰਾ ਇਹ ਆ, ਨਾਲੇ ਇਹਦੇ ਸਿੱਖ ਹੋਣ ਨਾਲ ਕੋਈ ਫਰਕ ਨਹੀਂ ਪੈਣਾ। ਜੇ ਫਿਲਿਪਸ ਕੋਲ ਰੱਖ ਕੇ ਕਹੇ ਅਸੀਂ ਸਿੱਖ ਹੋ ਗਏ, ਸਾਨੂੰ ਮੌਕਾ ਦਿਓ ਵੰਡਣੇ ਦਾ, ਤਾਂ ਇਹ ਲੱਗਦਾ ਰੂਲ ਜੀ। ਨਵੇਂ ਖਰੀਦਦਾਰ ਨੂੰ ਨਹੀਂ ਲੱਗਣਾ। ਨਵੇਂ ਨੇ ਪੂਰਾ ਪਲਾਟ ਖਰੀਦਿਆ, ਉਹ ਸਿੱਖ ਕਿਦਨ ਹੋਣਾ, ਉਹ ਤਾਂ ਹਾਲੇ ਸ਼ੁਰੂ ਹੀ ਨਹੀਂ ਹੋਇਆ। ਹਾਂ। ਤੀਸਰਾ ਇਹ ਹੈਗਾ ਤੇ ਗੁਲਮੋਹਰ ਨੇ ਤਾਂ 27 ਦਾ 27 ਏਕੜ ਖਰੀਦਿਆ ਔਰ ਹਾਲੇ ਗੁਲਮੋਹਰ ਸਿੱਕ ਨਹੀਂ ਹੈ। ਹਾਂ, ਉਹਨੇ ਤਾਂ ਫਿਲਿਪਸ ਲੇ ਡਾਊਨ ਹੈ। ਹਾਂ, ਫਿਲਿਪਸ ਲੇ ਫਾਈਨੈਂਸ਼ੀਅਲ ਕੰਸਟ੍ਰੇਨਟਸ, ਮਤਲਬ ਫਾਈਨੈਂਸ਼ੀਅਲ ਕੰਸਟ੍ਰੇਨਟਸ ਕੋਈ ਹੈ ਹੀ ਨਹੀਂ ਆ। ਤੁਸੀਂ ਪੈਸੇ ਦਿੱਤੇ, ਫਿਲਿਪਸ ਨੂੰ ਰਜਿਸਟਰੀ ਕਰਾ ਲਈ, ਤੇ ਜੇ ਤੁਹਾਡੇ ਕੋਲ ਪੈਸੇ ਸੀਗੇ ਤਾਂ ਹੀ ਤੁਸੀਂ ਦਿੱਤੇ। ਜੇ ਤੁਸੀਂ ਅਗਰ ਲੋਨ ਦਾ ਪ੍ਰਬੰਧ ਵੀ ਕੀਤਾ ਤਾਂ ਤੁਹਾਡੇ ਕੋਲ ਐਸੈਟ ਸੀ, ਤੁਸੀਂ ਬੈਂਕ ਨੂੰ ਫਿਰ ਅੱਗੇ ਦੇਖੋ ਨਾ, ਅੱਜ ਖਰੀਦਦੇ ਆ ਤੇ ਅਗਲੇ ਦਿਨ ਅਪਲਾਈ ਕਰ ਦਿੰਦੇ ਆ ਜੀ ਸਾਨੂੰ ਵੰਡਣ ਦੀ ਇਜਾਜ਼ਤ ਦਿੱਤੀ ਜਾਵੇ। ਔਰ ਅੰਦਰੂਨੀ ਸੂਤਰ ਇਹ ਦੱਸਦੇ ਆ ਕਿ ਉਸਲੇ ਸਾਰਿਆਂ ਨੂੰ ਰਾਜੀ ਰੱਖਣ ਲਈ 125 ਪਲਾਟਾਂ ਦੀ ਗੱਲ ਨਹੀਂ ਹੋਈ। ਜਿਹੜੇ ਮੈਂਬਰ ਉਹਨਾਂ ਤੋਂ ਪਤਾ ਲੱਗਦਾ ਜਿਨ੍ਹਾਂ ਦੇ ਸਾਈਨ ਕਰਾ ਲਏ, ਤੇ ਪ੍ਰੋਸੀਡਿੰਗ ਸ਼ੀਟ ਵਿੱਚੋਂ ਬਦਲਤੀਆਂ, ਜਿਨ੍ਹਾਂ ਨਾਲ ਨਕਸ਼ਾ ਵੀ ਬਦਲਤਾ, ਵਿੱਚੋਂ ਲਾਇਆ। ਹੁਣ 125 ਦਾ ਸ਼ਾਇਦ ਕਦੀ ਵੀ ਨਾ ਕੋਈ ਕਰਦਾ, ਮਰਨਾ ਸੀ ਸਾਹਮਣੇ। 125 ਕਦੀ ਅੱਜ ਤੱਕ ਹੋਏ ਹੀ ਨਹੀਂ ਹੈਗੇ। ਇੱਕ ਪਲਾਟ ਦੇ 125 ਪਲਾਟ ਕਰਤੇ, 12 ਦੀ ਮਨਜ਼ੂਰੀ ਲੈ ਕੇ 125 ਹੋ ਗਏ ਜੀ। 125 ਪਲਾਟ ਨਕਸ਼ਾ ਤੇ ਐਪਲੀਕੇਸ਼ਨ ਦੇ ਵਿੱਚ ਨਹੀਂ। ਪਰ ਸਵਾਲ ਇਹ ਨਹੀਂ ਕਿ 27 ਏਕੜ ਦੇ 12 ਕੀਤੇ, 2-2 ਏਕੜ ਦੇ, ਇਹ ਤਾਂ ਤੇ 12 ਤੋਂ 24 ਜਿਹੜੇ ਹੋ ਗਏ ਨੇ, 24 ਏਕੜ ਦੇ 12 ਪਲਾਟ ਰਹਿ ਗਏ ਨੇ, 12 ਪਲਾਟਾਂ ਦੇ 125 ਕਰ ਦਿੱਤੇ। ਇਹ ਸਵਾਲ ਨਹੀਂ। ਸਵਾਲ ਇਹ ਹੈ ਕਿ ਕੀ ਇਹ ਨੀਮਾਂ ਤੋਂ ਉਲਟ ਜਾ ਕੇ ਹੋਇਆ? ਬਿਲਕੁਲ। 27 ਏਕੜ ਨੂੰ 24 ਤੋਂ 12 ਜਾਂ 24 ਤੋਂ 125। ਮੈਂ ਤੁਹਾਨੂੰ ਸਰਕਮਸਟੈਂਸਿਸ ਦੀ ਗੱਲ ਕੀਤੀ ਸੀ ਨਾ। 15/3/21 ਨੂੰ ਜਿਹੜਾ ਹੈਗਾ ਉਹ ਤੇ ਮਨਜ਼ੂਰੀ ਹੋ ਗਈ ਆ PSIDC ਦੀ, ਵੀ ਤੁਸੀਂ 3 ਸਾਲਾਂ 'ਚ ਇੰਡਸਟਰੀ ਇੱਥੇ ਲਾਣੀ ਹੈਗੀ ਆ, ਤੇ ਤੁਸੀਂ ਜਿਹੜੀ ਤੁਹਾਨੂੰ ਮਨਜ਼ੂਰੀ 2-2 ਏਕੜ ਦੇ 12 ਯੂਨਿਟਾਂ 'ਚ। ਹਾਂ। ਅੱਗੇ ਕੀ ਹੁੰਦਾ ਮਜ਼ੇਦਾਰ ਦੇਖੋ, ਇੱਕ ਬਿਨਾਂ ਡੇਟ ਦੀ ਐਪਲੀਕੇਸ਼ਨ 16 ਨੂੰ, 15 ਤੋਂ ਬਾਅਦ 16 ਨੂੰ ਹੀ ਅੱਜ ਖਰੀਦਦੇ ਆ, 22/2 ਨੂੰ ਖਰੀਦਦੇ ਆ, 15 ਨੂੰ ਐਪਲੀਕੇਸ਼ਨ। ਹਾਂ, ਉਹ 'ਚ ਸ਼ਰਤਾਂ ਤੇ 3 ਸਾਲਾਂ 'ਚ ਬਣਾਉਣਾ ਤੁਸੀਂ ਜੀ। ਤੇ ਉਹਦੇ ਵਿੱਚ ਪਹਿਲੀ ਗੱਲ ਤਾਂ ਐਲੀਜੀਬਲ ਨੇ ਉਹ ਸ਼ਰਤਾਂ ਮੁਤਾਬਕ ਇਹ ਬਾਈਫਰਕੇਸ਼ਨ ਦੇ। 16 ਨੂੰ ਉਹ ਡੇਟ ਤੇ ਉਸ ਐਪਲੀਕੇਸ਼ਨ ਤੇ ਡੇਟ ਪਾਈ ਨਹੀਂ ਇਹਨਾਂ ਨੇ, ਡੇਟ ਸਿਰਫ ਬਾਅਦ 'ਚ ਪਾਈ ਆ, ਮੋਹਰ ਲਾ ਕੇ ਮਹਿਕਮੇ ਨੇ। ਉਹਨਾਂ ਨੇ ਨਾ ਥੱਲੇ ਡੇਟ ਪਾਈ ਨਾ ਉੱਪਰ ਡੇਟ ਪਾਈ ਆ, ਜਿਹੜੇ ਗੁਲਮੋਹਰ ਵਾਲੇ ਆ। ਉਹਨਾਂ ਨੇ ਇੱਕ ਮੂਮਨ ਜੀ ਐਪਲੀਕੇਸ਼ਨ ਦੇ ਦਿੱਤੀ, ਨਾ ਗਿਣਤੀ ਲਿਖੀ ਨਾ ਹੋਰ, ਕਿ ਸਾਨੂੰ ਜਿਹੜੇ ਹੈਗੇ ਆ ਇਹ ਬਾਈਫਰਕੇਸ਼ਨ ਅਲਾਉ ਕੀਤੀ ਜਾਵੇ। ਇਹ ਵੀ ਨੇ ਕਿਹਾ ਅਸੀਂ ਕਿੰਨੀ ਕਰਨਾ ਚਾਹੁੰਦੇ, ਨਕਸ਼ੇ ਮੁਤਾਬਕ ਉਹ ਬਲੈਂਕਟ ਜਿਹਾ ਰੱਖ ਦਿੱਤਾ ਸਾਰਾ, ਕਿਉਂਕਿ ਉਹ ਤਾਜ਼ਾ 12 ਹੋਏ ਸੀਗੇ ਤਾਂ ਉਹਨਾਂ ਨੇ ਨਕਸ਼ਾ ਲਾਤਾ 125 ਦਾ। ਉਹਦੇ ਬਾਅਦ 17 ਨੂੰ ਤੁਸੀਂ ਕਹਿੰਦੇ ਮੰਤਰੀ ਕਿੱਦਾਂ ਨੂੰ 17 ਅਪ੍ਰੈਲ 2000 ਮਾਰਚ 15 ਨੂੰ ਅਪਰੂਵਲ ਹੋਈ ਆ, ਸਮਝ ਗਏ? ਹਾਂਜੀ, ਠੀਕ ਹੈ ਨਾ। 16 ਨੂੰ ਇਹਨਾਂ ਨੇ ਇੱਕ ਰਸੀਵ ਦਿਖਾਈ ਐਪਲੀਕੇਸ਼ਨ, ਉਸ ਐਪਲੀਕੇਸ਼ਨ ਤੇ ਡੇਟ ਕੋਈ ਨਹੀਂ ਗਲਮੋਹਰ ਨੇ ਪਾਈ, ਨਾ ਉੱਪਰ ਪਾਈ ਨਾ ਥੱਲੇ ਦਸਤਖਤਾਂ ਦੇ ਪਾਈ। 17 ਨੂੰ ਮੰਤਰੀ ਜੀ, ਹੁਣ ਕਹਿੰਦੇ ਮੰਤਰੀ ਜੀ ਨਹੀਂ ਨਾ ਵਿੱਚ ਆਉਂਦੇ, ਤੁਸੀਂ ਕਹਿੰਦੇ ਮਹਿਕਮਾ ਕਰਦਾ, ਮੰਤਰੀ ਜੀ ਇੱਕ ਚਿੱਠੀ ਲਿਖਦੇ ਆ ਭਈ ਜਿੰਨੀਆਂ ਵੀ ਅੱਜ ਤੱਕ ਬਾਈਫਰਕੇਸ਼ਨ ਦੀਆਂ ਐਪਲੀਕੇਸ਼ਨਾਂ ਉਹ ਲਿਆਓ, 16 ਤੱਕ ਦੀਆਂ ਜੀ, ਠੀਕ ਹੈ ਨਾ। ਇਹ ਸਰਕਮਸਟੈਂਸਿਸ ਆ ਜੀ। ਅਗਲੇ ਦਿਨ ਨਾਲ ਹੀ 17 ਨੂੰ ਨਾ ਭਈ 18 ਤੱਕ ਲਿਆਓ, 17 ਨੂੰ ਆਰਡਰ ਕੱਢਦੇ ਆ ਭਈ 16 ਤੱਕ ਜਿੰਨੀਆਂ ਬਾਈਫਰਕੇਸ਼ਨ ਦੀਆਂ ਐਪਲੀਕੇਸ਼ਨ ਆਈਆਂ 18 ਨੂੰ ਮੇਰੇ ਪੇਸ਼ ਕਰ ਦਿਓ, ਤੇ 17 ਨੂੰ ਹੀ ਇੱਕ ਕਮੇਟੀ ਬਣਾ ਦਿੰਦੇ ਆ, 17 ਨੂੰ ਹੀ, ਤੇ ਜਿਹੜੀ ਉਹਨਾਂ ਐਪਲੀਕੇਸ਼ਨਾਂ ਨੂੰ ਪ੍ਰੋਸੈਸ ਕਰੇਗੀ। ਚਗਾੜ ਨਾਲ ਸਭ ਕੁਝ ਦਰਵਾਜ਼ਾ ਵੀ ਤਰ ਗਿਆ, ਸਭ ਕੁਝ ਇਕੱਠਾ ਹੋ ਗਿਆ, ਤੇ 18 ਨੂੰ ਪ੍ਰਪੋਜ਼ਲ ਪਾਸ ਹੋ ਕੇ ਤੇ 19 ਨੂੰ ਜਾ ਕੇ PSIDC ਦੇ ਬੋਰਡ ਆਫ ਡਾਇਰੈਕਟਰ ਕੋਲ ਚੱਲ ਜਾਂਦੀ ਆ, ਤੇ 24/3 ਨੂੰ ਸਾਰਾ ਮਾਮਲਾ ਫਿਨਿਸ਼, 24/3/21 ਨੂੰ ਜੀ। ਤੇ ਉਹਦੇ ਬਾਅਦ ਮੌਜਾਂ ਨਾਲ ਪਲਾਟ ਕੱਟ ਹੁੰਦੇ, ਉੱਥੇ 125 ਪਲਾਟ ਕੱਟ ਹੋ ਰਹੇ ਆ, ਵਿਕ ਗਏ, ਕੋਈ ਐਗਰੀਮੈਂਟ 'ਚ, ਕੋਈ ਰੀਸੇਲ 'ਚ ਵੀ ਸ਼ੁਰੂ ਹੋ ਗਏ ਆ, ਕਾਗਜ਼ਾਂ 'ਚ ਇੰਨੀਆਂ ਮੌਜਾਂ। ਹਾਂ, ਨਹੀਂ ਉਹ ਕਮਾ ਗਏ ਸਾਰਾ ਕੁਝ। ਨਹੀਂ, ਕਾਗਜ਼ਾਂ 'ਚ ਹੀ ਨਕਸ਼ਾ ਬਣਾ ਕੇ ਕਾਗਜ਼ਾਂ 'ਚ ਹੀ ਵੇਚਦਾ ਨਾ, ਉੱਥੇ ਤਾਂ ਟੀਨ ਲੱਗੀ ਹੋਈ ਹੈ। ਖਰੀਦਦਾਰ ਹੈਗਾ ਖੜਾ ਜੀ,
ਜਿਹਨੂੰ ਪਲਾਟ ਮਿਲਦਾ ਇੰਡਸਟਰੀਅਲ ਪਲਾਟ ਉਹ ਖਰੀਦ ਤੁਸੀਂ ਆਪੇ ਦੱਸੇ ਰੇਟ ਜੀ। ਤੇ ਜਿਹਨੂੰ ਉਹ ਤੋਂ ਥੋੜੇ ਜਿਹੇ ਘੱਟ ਪੈਸੇ ਲੱਗੂਗੇ ਉਹ ਇੰਡਸਟਰੀ ਉਹ ਖੜਾ 50,000 ਰੁਪਏ ਗਜ 60,000 ਰੁਪਏ ਗਜ ਤਾਂ ਲਈ ਜਾਂਦੇ ਲੋਕੀ। ਰਜਿਸਟਰੀ ਬੇਸ਼ੱਕ 18 15 16,000 ਦੀ ਹੁੰਦੀ ਆ। ਜੀ। ਰਜਿਸਟਰੀ ਰੇਟ ਕਲੈਕਟਰ ਰੇਟ ਰਜਿਸਟਰੀ ਦਾ ਕਲੈਕਟਰ ਰੇਟ ਤੇ ਹੋਣੀ ਆ, ਉਹ 'ਚ ਕੋਈ ਡਾਊਟ ਨਹੀਂ ਹੈ, ਪਰ ਉੱਥੇ ਰੇਟ ਤੁਹਾਨੂੰ ਪਤਾ। ਜੀ ਸੂਦ ਸਾਹਿਬ, ਆਪਾਂ ਤੀਕਸ਼ਣ ਸੂਦ ਸਾਬਕਾ ਮੰਤਰੀ ਤੇ ਭਾਜਪਾ ਦੇ ਸੀਨੀਅਰ ਨੇਤਾ ਉਹਨਾਂ ਨਾਲ ਗੱਲ ਕਰ ਰਹੇ ਹਾਂ, ਜਿਨ੍ਹਾਂ ਨੇ ਕਿ ਪੰਜਾਬ ਦੇ ਉਦਯੋਗ ਵਿਭਾਗ ਦੇ ਵਿੱਚ ਹੋਏ 2 ਵੱਡੇ ਜਿਹੜੇ ਘਪਲੇ ਨੇ ਉਹਨਾਂ ਨੂੰ ਬੇਪਰਦ ਕੀਤਾ ਹੈ। ਹਾਲਾਂਕਿ ਉਦਯੋਗ ਵਿਭਾਗ ਵੱਲੋਂ ਖਾਸ ਕਰ ਮੰਤਰੀ ਸ਼ਾਮ ਸੁੰਦਰ ਅਰੋੜਾ ਵੱਲੋਂ ਜਿਹੜਾ ਹੈਗਾ ਕੱਲ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਗਿਆ ਸੀ, ਜਿਸ 'ਚ ਉਹਨਾਂ ਨੇ JCT ਵਾਲੇ ਮਾਮਲੇ ਦੇ ਉੱਤੇ ਆਪਣਾ ਪੱਖ ਰੱਖਣ ਦੀ ਤੱਥਾਂ ਸਹਿਤ ਕੋਸ਼ਿਸ਼ ਕੀਤੀ ਹੈ, ਜਿਹਦੇ ਜਵਾਬ ਵਿੱਚ ਸੂਦ ਉਹਨਾਂ ਨੇ ਆਪਣੇ ਤੱਥ ਰੱਖੇ ਨੇ। ਪਰ ਨਾਲ ਹੀ ਜਿਹੜਾ ਫਿਲਿਪਸ ਲਾਈਟਸ ਵਾਲਾ ਜਿਹੜਾ 9 ਫੇਸ ਇੰਡਸਟਰੀ ਏਰੀਆ ਮੋਹਾਲੀ ਦਾ ਜਿਹੜਾ ਮਾਮਲਾ ਹੈ, ਜਿਸ 'ਚ ਪਲਾਟਿੰਗ ਹੋਈ ਹੈ 27 ਏਕੜ ਦੇ ਪਲਾਟ ਤੋਂ ਜਿਹੜਾ ਛੋਟੇ ਕਰਕੇ 125 ਹੋ ਗਏ ਨੇ, ਉਹ ਮਾਮਲਾ ਖੈਰ ਇਹਨਾਂ ਨੇ ਚੁੱਕਿਆ। ਉਸ ਦਾ ਹਾਲੇ ਜਵਾਬ ਮੰਤਰੀ ਵੱਲੋਂ ਆਉਣਾ ਵੀ ਬਾਕੀ ਹੈ, ਪੰਜਾਬ ਸਰਕਾਰ ਵੱਲੋਂ ਆਉਣਾ ਵੀ ਬਾਕੀ ਹੈ। ਪਰ ਤੁਸੀਂ ਕੀ ਹੁਣ ਇਹ ਮਾਮਲਾ ਸਿਰਫ ਮੀਡੀਆ ਬਿਆਨਬਾਜ਼ੀ ਤੱਕ ਹੀ, ਸਟੂਡੀਓ ਇੰਟਰਵਿਊਜ਼ ਤੱਕ ਹੀ ਰੱਖਣਾ ਚਾਹੋਗੇ ਜਾਂ ਅਦਾਲਤ ਵੀ ਜਾਓਗੇ? ਇਹ ਕਰਪਸ਼ਨ ਦੇ ਅਗੇਂਸਟ ਲੜਾਈ ਆ ਜੀ, ਕਰਪਸ਼ਨ ਦੇ ਅਗੇਂਸਟ ਲੜਾਈ ਆ ਸਾਡੀ। ਇਹ ਜੀ ਮੰਤਰੀ ਦੇ ਅਗੇਂਸਟ ਨਹੀਂ ਆ, ਸਰਕਾਰ ਦੇ ਅਗੇਂਸਟ ਨਹੀਂ, ਕਰਪਸ਼ਨ ਦੇ ਅਗੇਂਸਟ ਲੜਾਈ ਜੀ। ਇੱਥੇ ਕੋਈ ਵੀ ਬੈਠਾ ਹੁੰਦਾ ਸਾਡੀ ਇਹ ਲੜਾਈ ਹੋਣੀ ਸੀ ਜੀ, ਠੀਕ ਹੈ ਨਾ ਜੀ। ਸੋ ਇਹਦਾ ਜੋ ਕ੍ਰਿਮੀਨਲ ਐਕਸ਼ਨ ਬਣਦਾ, ਇਹ ਕੇਸ ਇਟ ਮਸਟ ਗੋ ਟੂ CBI ਐਂਡ ED, ਕਿਉਂਕਿ ਇਸ ਹੋਰ ਫੰਡ ਕਿੱਥੋਂ ਆਏ, ਕਿੱਥੇ ਗਏ ਜੀ, ਜਦ ਤੱਕ ਇਹ ਪਤਾ ਨਹੀਂ ਲੱਗਦਾ। ਇਹ ਫੰਡ ਫਲੋ ਹੁਸ਼ਿਆਰਪੁਰ ਤੋਂ ਚੱਲਦਾ ਚੰਡੀਗੜ੍ਹ ਤੋਂ ਮੋਹਾਲੀ ਤੋਂ ਲੁਧਿਆਣੇ, ਇਹ ਕਿੱਥੇ ਚੱਲਦਾ ਫੰਡ ਫਲੋ। ਪਰ ਦੇਖੋ ਸਰਕਾਰ ਜਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਤਾਂ ਇਸ ਨਾਜ਼ੁਕ ਸਮੇਂ ਰਿਸਕ ਲੈਣਗੇ ਨਹੀਂ CBI ਨੂੰ ਵੜਨ ਦਾ। ਉਹਨਾਂ ਨੇ CBI ਆਪ ਹੀ ਰੋਕੀ ਹੋਈ ਹੈ ਪਹਿਲਾਂ ਹੀ ਬਹਿਬਲ ਕਲਾਂ ਕਰਕੇ ਪੰਜਾਬ 'ਚ ਵੜਨੋਂ, ਤਾਂ ਉਹ ਤਾਂ ਇਸ ਵਕਤ ਰਿਸਕ ਲੈਣਗੇ ਨਹੀਂ। ਅਦਾਲਤ ਦਾ ਰਸਤਾ ਇੱਕ ਬਚਦਾ ਤੁਹਾਡੇ ਕੋਲ, ਤੁਸੀਂ ਜਾਓਗੇ ਕਿ ਅਦਾਲਤ? ਜਦੋਂ ਅਕਾਲੀ ਦਲ ਤੇ BJP ਤੇ ਉਂਗਲੀ ਉੱਠੀ ਸੀ ਵੀ ਇਹਨਾਂ ਤੋਂ ਫੇਅਰ ਇਨਕੁਆਇਰੀ ਦੀ ਸਾਨੂੰ ਉਮੀਦ ਨਹੀਂ ਆ ਬਹਿਬਲ ਕਲਾਂ 'ਚ ਤਾਂ ਬੇਅਦਬੀ ਕਾਂਡ ਦੇ ਵਿੱਚ, ਤਾਂ ਆਪਾਂ CBI ਨੂੰ ਦਿੱਤਾ ਸੀ ਨਾ ਕੇਸ, ਤੇ ਇਹਨਾਂ ਨੂੰ ਕੀ ਡਰ ਹੈ? ਇਹਨਾਂ ਨੇ ਬੰਦ ਜੇ ਅੱਜ ਮੰਤਰੀ ਆਪ ਕਹਿੰਦਾ ਤੇ ਕੋਈ ਇਨਕੁਆਇਰੀ ਕਰਾ ਲਓ, ਤਾਂ ਮੰਤਰੀ 2 ਲਾਈਨਾਂ ਲਿਖ ਦੇਵੇ ਵੀ CBI ਦੀ ਇਨਕੁਆਇਰੀ ਕਰਾ ਲਓ। ਪਰ ਜੇਕਰ ਤੁਹਾਨੂੰ ਇਹ ਤੁਹਾਡੀ ਮੰਗ ਪੂਰੀ ਨਹੀਂ ਹੁੰਦੀ ਮਾਮਲਾ CBI ਨੂੰ ਜਾਣ ਦਾ, ਤਾਂ ਤੁਸੀਂ ਕੀ ਅਦਾਲਤ ਦਾ ਰਸਤਾ ਫੜੋਗੇ? ਅਸੀਂ ਹਰ ਪੋਲੀਟੀਕਲ ਜਿਹੜਾ ਰਸਤਾ ਫੜਾਂਗੇ, ਔਰ ਬਹੁਤ ਸਾਰੇ ਲੋਕ ਤਿਆਰ ਆ, ਕੋਈ ਲੋਕ ਅਦਾਲਤ 'ਚ ਵੀ ਜਾਏਗਾ, ਕੋਈ PIL ਵੀ ਹੋਏਗੀ, ਪਰ ਅਸੀਂ ਇਹਨੂੰ ਪੋਲੀਟੀਕਲੀ ਹੈਂਡਲ ਕਰਾਂਗੇ। ਇਸ ਕਾਂਗਰਸ ਸਰਕਾਰ ਦੀ ਔਰ ਇਸ ਮੰਤਰੀ ਦੀ ਜਿਹੜੀ ਘੰਟੀ ਵੱਜੂਗੀ ਪੂਰੀ, ਔਰ ਇਹਨਾਂ ਦੀ ਕਬਰ ਦੇ ਵਿੱਚ ਖੀਰੀ ਕਿੱਲ ਹੋਣਗੇ ਕਰਪਸ਼ਨ ਕੇਸ। ਇਹ ਤੋਂ ਇਲਾਵਾ ਵੀ ਹੈਗੇ ਆ ਬਹੁਤ। ਇਹ ਜਿਹੜਾ ਮਹਿਕਮਾ ਸਾਰਾ CVC ਤੋਂ ਇਨਕੁਆਇਰੀ ਕਰਾ ਲਈਏ, ਕਿੰਨੀਆਂ ਫਾਈਲਾਂ ਸੈਂਕੜਾਂ 'ਚ ਗੁੰਮ ਹੋ ਗਈਆਂ, ਫਰਜ਼ੀ ਅਲੋਟਮੈਂਟਾਂ ਬੇਨਾਮੀ ਕਰਕੇ ਉਹਨਾਂ 'ਚ 50,000 ਤੋਂ ਘੱਟ ਦੇ ਡਰਾਫਟ ਲਾ ਕੇ ਉਹਦੇ ਬਾਅਦ ਅੱਗੇ ਰੀਸੇਲ ਕਰਤੀਆਂ, ਪੁਰਾਣੀ ਫਾਈਲ ਲੱਭਦੀ ਨਹੀਂ, ਨਾ ਬੰਦਾ ਲੱਭਦਾ ਹੈਗਾ। ਸੋ ਇਸ ਤਰ੍ਹਾਂ ਦੇ ਤੁਸੀਂ ਪਤਾ ਕਰਵਾ ਲਓ। ਇਨਕਮ ਟੈਕਸ ਮਹਿਕਮੇ ਨੇ ਕੁਝ ਫਾਈਲਾਂ ਮੰਗੀਆਂ, ਉਹਨਾਂ ਨੂੰ ਵੀ ਜਵਾਬ ਮਿਲਤਾ ਵੀ ਸਾਡੀਆਂ ਫਾਈਲਾਂ ਨਹੀਂ ਲੱਭਦੀਆਂ। ਸੋ ਐਸੇ ਉੱਥੇ ਖੂਹ ਖਾਤਾ ਬਣਿਆ ਪਿਆ ਹੈਗਾ ਜੀ। ਉਹ 30 ਸਾਲ ਦੇ ਅਫਸਰ ਬੈਠੇ ਆ, ਕੋਈ ਪੁੱਛਣ ਵਾਲਾ ਨਹੀਂ, ਕਿਉਂਕਿ ਉਹ ਪਹਾੜਾ ਪਾਉਂਦੇ ਆ, ਵੰਡ ਪਾਉਂਦੇ। ਜੀ, ਅਸੀਂ ਉਮੀਦ ਕਰਾਂਗੇ ਕਿ ਮੰਤਰੀ ਸ਼ਾਮ ਸੁੰਦਰ ਅਰੋੜਾ ਜੋ ਕਿ ਸਨਅਤੀ ਮੰਤਰੀ ਸਿੱਧੇ ਤੌਰ ਤੇ, ਕਿਉਂਕਿ ਇਲਜ਼ਾਮ ਉਹਨਾਂ ਤੇ ਲੱਗੇ ਨੇ, ਉਹਨਾਂ ਦਾ ਵਿਭਾਗ ਵੀ ਹੈ ਤੇ ਉਹਨਾਂ ਦੇ ਉੱਤੇ ਜਾਤੀ ਤੌਰ ਤੇ ਇਲਜ਼ਾਮ ਵੀ ਤੀਕਸ਼ਣ ਸੂਦ ਉਹਨਾਂ ਨੇ ਲਾਏ ਨੇ, ਜੋ ਕਿ ਭਾਰਤੀ ਜਨਤਾ ਪਾਰਟੀ ਦੇ ਨਾਮਵਰ ਨੇਤਾ ਨੇ ਤੇ ਸਾਬਕਾ ਮੰਤਰੀ ਰਹਿ ਚੁੱਕੇ ਨੇ, ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਵੀ ਰਹਿ ਚੁੱਕੇ ਨੇ। ਤੇ ਅਸੀਂ ਉਮੀਦ ਕਰਾਂਗੇ ਕਿ ਅਰੋੜਾ ਸਾਹਿਬ ਜ਼ਰੂਰ ਆਪਣਾ ਪੱਖ ਰੱਖਣ। ਸਾਡੇ ਵੱਲੋਂ ਵੈਲਕਮ ਹੈ ਸਾਡੇ ਸਟੂਡੀਓ 'ਚ, ਜਾਂ ਫਿਰ ਉਹ ਸਾਨੂੰ ਜਿੱਥੇ ਬੁਲਾਉਣ ਅਸੀਂ ਆਉਣ ਨੂੰ ਤਿਆਰ ਹਾਂ। ਬਹੁਤ ਸ਼ੁਕਰੀਆ ਸੂਦ ਸਾਹਿਬ, ਤੁਸੀਂ ਸਮਾਂ ਕੱਢਿਆ ਤੇ ਤੱਥ ਸਾਡੇ ਨਾਲ ਸਾਂਝੇ ਕੀਤੇ ਤੇ ਪਬਲਿਕ ਡੋਮੇਨ 'ਚ ਰੱਖੇ।